ਅਸੀਂ ਸਾਜ਼ਿਸ਼ ਜਿਹੜੀ ਰਚੀ ਗਈ ਸਾਡੇ ਖਿਲਾਫ ਲਗਾਤਾਰ ਕਾਂਗਰਸ ਤੇ ਇਹਨਾਂ ਵੱਲੋਂ ਇੱਕ ਸਿਸਟਮੈਟਿਕ ਤਰੀਕੇ ਦੇ ਨਾਲ ਜਿਹੜਾ ਕੂੜ ਪ੍ਰਚਾਰ ਕੀਤਾ ਗਿਆ ਉਹਦਾ ਰੋਲ ਪਲੇ ਇੱਕ ਸਾਰੇ ਜਿਹੜਾ ਐਸਟੈਬਲਿਸ਼ ਸਿਸਟਮ ਸੀ ਪਾਰਟੀਆਂ ਦਾ ਉਹਨੂੰ ਡੈਮੇਜ ਕਰਨ ਵਾਸਤੇ ਦੇਖੋ ਕੇਜਰੀਵਾਲ ਸਭ ਤੋਂ ਵੱਡਾ ਇਹਨਾਂ ਦਾ ਸੂਤਰਧਾਰ ਸੀ ਇਸ ਸਾਜ਼ਿਸ਼ ਦੇ ਵਿੱਚ। ਉਹਨੇ ਕਿਸੇ ਲੀਡਰ ਨੂੰ ਬਦਨਾਮ ਕਰਨ ਵਾਸਤੇ ਕੋਈ ਵੀ ਇਹੋ ਜਿਹੀ ਲਿਮਿਟ ਨਹੀਂ ਜਿਹੜੀ ਕ੍ਰਾਸ ਨਹੀਂ ਕੀਤੀ। ਇਹ ਮੰਨੀਏ ਜੀ ਵੀ ਸ਼੍ਰੋਮਣੀ ਅਕਾਲੀ ਦਲ ਕੋਲ ਇੰਨੇ ਤਜਰਬੇਕਾਰ ਲੀਡਰ ਨਹੀਂ ਨੇ ਜਿਹੜੇ ਇਹਨਾਂ ਦੀ ਸਾਜ਼ਿਸ਼ ਨੂੰ ਡੈਮੇਜ ਕਰ ਸਕਣ ਜੀ, ਜਾਂ ਤੁਹਾਡਾ ਤਜਰਬਾ ਫਿਰ ਘੱਟ, ਜਾਂ ਉਹ ਬਾਅਦ ਦੇ ਵਿੱਚ ਆ ਕੇ ਵੀ ਤੁਹਾਨੂੰ ਫੇਲ ਕਰ ਜਾਣ ਜੀ। ਤੁਸੀਂ ਕਿੱਦਾਂ ਖੁਸ਼ ਹੁੰਦੇ ਹੋ? ਬਹੁਤ ਕਹਿੰਦੇ ਅਸੀਂ ਖੁਸ਼ ਤਾਂ ਨਹੀਂ ਮੈਂ ਹੁੰਦਾ ਜੀ, ਮੈਂ ਤਾਂ ਇੱਕ ਸਵਾਲ ਕਰਨਾ ਨਹੀਂ, ਮੈਂ ਤੇ ਤੁਹਾਡਾ ਵੀ ਤਜਰਬਾ ਚੀਮਾ ਸਾਹਿਬ ਤੁਹਾਡੇ 'ਚ ਬਹੁਤ ਵੱਡੇ। ਮੈਂ ਤੇ ਤੁਹਾਨੂੰ ਖੁਸ਼ ਕਰਨਾ ਚਾਹੁੰਦਾ ਵੀ ਤੁਸੀਂ ਕਿੱਦਾਂ ਖੁਸ਼ ਹੁੰਦੇ ਮੈਂ ਉਹਦਾ ਕਹਿੰਦਾ। ਲੋਕ ਤਾਂ ਇਹ ਕਹਿੰਦੇ ਆ ਜੀ ਵੀ ਲੋਕ ਕਹਿੰਦੇ ਵੀ ਚਲੋ ਨੌਕਰੀ ਅੱਜ ਗੱਲਾਂ ਇਹ ਕਰ ਰਹੇ ਆ ਜੋ ਹਾਲਾਤ ਦੇਖੇ ਨੇ ਲੋਕਾਂ ਨੇ ਵੀ ਇਹਨਾਂ ਨਾਲ ਤਾਂ ਯਾਰ ਬਾਦਲ ਚੰਗੇ ਸੀਗੇ, ਅਕਾਲੀ ਦਲ ਚੰਗਾ ਸੀ ਜਿਨ੍ਹਾਂ ਨੇ ਸੜਕਾਂ ਵੀ ਲਿਆਂਦੀਆਂ, ਹੋਰ ਬਹੁਤ ਸਾਰੇ ਕਲੀਨਿਕ, ਚਲੋ ਗੱਲ ਹੁੰਦੀ, ਪਰ ਉਹ ਇੱਕ ਗੱਲ ਨਾਲ ਇਹ ਵੀ ਕਹਿ ਦਿੰਦੇ ਆ ਜੀ ਵੀ ਜੇਕਰ ਬੇਅਦਬੀ ਮਾਮਲੇ ਦੇ ਵਿੱਚ ਚੰਗੀ ਭੂਮਿਕਾ ਨਿਭਾਈ ਹੁੰਦੀ ਅਕਾਲੀ ਦਲ ਨੇ ਤਾਂ ਆਹ ਹਾਲ ਨਾ ਹੁੰਦਾ। ਨਸ਼ਿਆਂ ਦੀ ਗੱਲ ਤੱਕ ਵੀ ਨੌਬਤ ਜਿਹੜੀ ਆ ਜਾਂਦੀ ਹੈ ਵੀ ਨਸ਼ੇ ਦੀ ਸਮੱਸਿਆ ਦਾ ਜ਼ਿੰਮੇਵਾਰ ਤੁਹਾਨੂੰ ਦੱਸ ਦਿੱਤਾ ਜਾਂਦਾ ਹੈ। ਬੇਅਦਬੀ ਦੀਆਂ ਜਿਹੜੀਆਂ ਗੱਲਾਂ ਹੈਗੀਆਂ ਜਦੋਂ ਸਾਡੀ ਸਰਕਾਰ ਚੜੇਗੀ ਬਾਅਦ 'ਚ ਕਿੰਨੀਆਂ ਘਟਨਾਵਾਂ ਹੋਈਆਂ। ਫਰਕ ਸਿਰਫ ਇਹ ਹੈ ਕਿ ਅਸੀਂ ਗੰਦੀ ਰਾਜਨੀਤੀ ਨਹੀਂ ਕੀਤੀ। ਚੈਲੰਜ ਤਾਂ ਤੁਹਾਡੀ ਸਰਕਾਰ ਵੇਲੇ ਚੈਲੰਜ ਕਰਕੇ ਬੇਅਦਬੀ ਕੀਤੀ ਗਈ ਜਿਹੜੀ ਉਹ ਤੁਹਾਨੂੰ ਲੱਗਦਾ ਨਹੀਂ ਵੀ ਉਹਨੇ ਸਾਨੂੰ ਜ਼ਿਆਦਾ ਖਾਧਾ ਹੈ ਅਕਾਲੀ ਦਲ ਨੂੰ ਜੀ, ਚੈਲੰਜ ਕਰਕੇ ਤੇ ਉਸ ਤੋਂ ਬਾਅਦ ਰਾਮ ਰਹੀਮ ਨੂੰ ਤੁਹਾਡੀ ਹੀ ਸਰਕਾਰ ਵੱਲੋਂ ਬਿਨਾਂ ਮਾਫੀ ਮੰਗੇ ਤੋਂ ਮਾਫੀ ਦੇਣੀ। ਗੱਲ ਇਹ ਵੀ ਕਹਿੰਦੇ ਉਹ ਕਹਿੰਦੇ ਜੀ ਅਣਪਛਾਤੀ ਪੁਲਿਸ ਤਾਂ ਤੁਹਾਡੀ ਸਰਕਾਰ ਨੇ ਕੀਤੀ ਸੀ, ਹਰੇਕ ਪੁਲਿਸ ਵਾਲੇ ਦਾ ਬੈਲਟ ਨੰਬਰ ਹੁੰਦਾ, ਸਾਰਾ ਕੁਝ ਹੁੰਦਾ ਜੀ, ਵੀ ਉਹ ਅਣਪਛਾਤੀ ਕਿਵੇਂ ਹੋ ਗਈ ਜੀ? ਭਗਵੰਤ ਮਾਨ ਤਾਂ ਲਗਾਤਾਰ ਇਹ ਕਹਿ ਰਹੇ ਜੀ, ਉਹ ਕਹਿੰਦੇ ਪ੍ਰਾਊਡ ਟੂ ਬੀ ਅਕਾਲੀ ਦੇ ਇੱਕ ਬਹੁਤ ਸਟicker ਚੱਲੇ ਕਰਦੇ ਜੀ, ਅੱਜ ਕੱਲ੍ਹ ਕਿਤੇ ਨਹੀਂ ਲੱਭਦਾ ਕਹਿੰਦੇ ਜੀ। 92 ਚੋਂ ਇੱਕ ਮੈਨੂੰ ਐਮਐਲਏ ਦੱਸ ਦਿਓ ਜਿਹੜਾ ਬੋਲਿਆ ਹੋਵੇ ਇਹਦੇ ਖਿਲਾਫ ਵੀ ਇਹ ਤੁਸੀਂ ਪੰਜਾਬ ਦਾ ਚੰਡੀਗੜ੍ਹ ਜਿਹੜਾ ਹੈਗਾ ਇਹਦੇ ਤੇ ਸਮਝੌਤਾ ਕਰ ਰਹੇ ਹੋ ਸਾਡੀ ਰਾਜਧਾਨੀ ਤੇ। 92 ਚੋਂ ਮੈਨੂੰ ਇੱਕ ਨਾਂ ਦੱਸ ਦਿਓ ਕਿ ਇੱਕ ਵੀ ਬੰਦਾ ਜਿਹਨੇ ਇਸ ਗੱਲ ਤੇ ਸਟੈਂਡ ਲਿਆ ਹੋਵੇ ਕਿ ਸਾਡੇ ਮੁੱਖ ਮੰਤਰੀ ਨੇ ਗਲਤ ਕਿਹਾ ਹੋਵੇ। ਕੀ ਲੱਗਦਾ ਕਿਉਂ ਨਹੀਂ ਬੋਲੇ ਜੀ? 92 ਦੇ ਵਿੱਚੋਂ ਇੱਕ ਐਮਐਲਏ ਤੇ ਇੱਕ ਦੋ ਤਾਂ ਇਹ ਵੀ ਹੈ ਵੀ ਜਿਹੜੇ ਅਕਾਲੀ ਦਲ ਚੋਂ ਇਹਨਾਂ ਦੇ ਵਿੱਚ ਸ਼ਾਮਲ ਹੋਏ ਸੀ ਉਹਨਾਂ 'ਚ ਤਾਂ ਉਹ ਖੂਨ ਹੋਣਾ ਚਾਹੀਦਾ ਜਿਹੜਾ ਮਤਲਬ ਕਿ ਜੇ ਤੁਸੀਂ ਕਹਿੰਦੇ ਹੋ ਵੀ ਅਕਾਲੀ ਦਲ ਇੱਕ ਸੱਚ ਦੀ ਪਾਰਟੀ ਸੀਗੀ, ਉਹ ਵੀ ਚੁੱਪ ਨੇ ਜੀ। ਫਿਰ ਜੇ ਉਹਨਾਂ ਚੋਂ ਖੂਨ ਹੁੰਦਾ ਜਾਂਦਾ ਹੀ ਨਾ। ਉਹ ਆਪਣੀ ਜ਼ਮੀਨ ਦੇ ਉੱਤੋਂ ਮਾਲਕ ਹੁੰਦਿਆਂ ਹੋਇਆਂ ਉਹਨਾਂ ਤੋਂ ਕਹਿ ਰਿਹਾ ਕਿ ਮੈਨੂੰ ਵੀ ਇੱਥੇ ਵਿਧਾਨ ਸਭਾ ਵਾਸਤੇ ਜ਼ਮੀਨ ਦਿਓ, ਤੇ ਇਹ ਕਿਤੇ ਕਹਿਣ ਦੇ ਉੱਤੇ ਤੂੰ ਕਹਿ ਰਿਹਾ ਤੇਰੀ ਕੀ ਮਜਬੂਰੀ ਹੈ? ਪਰ ਮੁੱਖ ਮੰਤਰੀ ਵਿਸ਼ਵਾਸਘਾਤ ਕਰ ਰਿਹਾ ਪੰਜਾਬ ਦੇ ਨਾਲ। ਅਫਸਰ ਦਿੱਲੀੋਂ ਲਾਏ ਜਾਂਦੇ ਆ, ਸਵੇਰੇ ਜਾ ਕੇ ਫਲਾਈਟਾਂ ਚੈੱਕ ਕਰਿਓ ਭਈ ਪੰਜਾਬ ਦੇ ਅਫਸਰ ਪੰਜਾਬ ਸਿਵਲ ਸੈਕਟਰੀਏਟ 'ਚ ਕਿੰਨੇ ਆਉਂਦੇ ਆ ਤੇ ਦਿੱਲੀ ਦੀ ਟਿਕਟ ਰੋਜ਼ ਕਿੰਨੇ ਲੈਂਦੇ ਆ। ਲਓ ਤੁਸੀਂ ਸਟੋਰੀ ਕਰ ਲਓ, ਤੁਹਾਨੂੰ ਰਿਜ਼ਲਟ ਪਤਾ ਲੱਗ ਜੂ। ਸਾਰੀ ਸਰਕਾਰ ਸਵੇਰੇ ਏਅਰਪੋਰਟ ਤੇ ਪਹੁੰਚੀ ਹੁੰਦੀ ਆ ਕਿ ਦਿੱਲੀ ਜਾ ਕੇ ਰਿਪੋਰਟ ਕਰਨਾ। ਹੁਣ ਜਿਹੜੇ ਅਫਸਰ ਲਾਏ ਇਹਨਾਂ ਨੇ ਹੁਣ ਦੱਸੋ ਵੀ ਕੀ ਗੱਲ ਆ, ਹੁਣ ਕਿਸ ਗੱਲ ਦੇ ਰੌਲੇ ਪੈਂਦੇ? ਹੁਣ ਵੀ ਕਹਿੰਦੇ ਆ, ਕਹਿੰਦੇ ਆਉਣ ਵਾਲੇ ਸਮੇਂ ਦੇਖੋ ਵੀ ਜੇ ਸੁਖਬੀਰ ਬਾਦਲ ਤੱਕ ਵੀ ਅੰਦਰ ਜਾਣਗੇ ਵੀ ਇਹਦੀ 2012 ਦੇ ਵਿੱਚ ਫਾਂਸੀ ਦੇ ਵਾਰੰਟ ਆਏ, ਸਾਡੀ ਸਰਕਾਰ ਸੀ, ਫਾਂਸੀ ਨਹੀਂ ਲੱਗੀ, ਕਿਵੇਂ ਰੁਕੀ? ਕਦੀ ਸੁਣਿਆ ਸੀ ਅੱਜ ਤੱਕ ਭਈ ਫਾਂਸੀ ਦੇ ਵਾਰੰਟ ਆ ਜਾਣ, ਜੇਲ੍ਹ ਸੁਪਰਡੈਂਟ ਨੂੰ ਅਦਾਲਤਾਂ ਹੁਕਮ ਕਰ ਦੇਣ ਤੇ ਜਿਹੜੀ ਹੈ ਉਹਨੂੰ ਫਾਂਸੀ ਨਾ ਲੱਗੇ। ਭਗਵੰਤ ਮਾਨ ਸਰਕਾਰ ਦੇ ਵਿੱਚ ਵਿਧਾਇਕ ਲਗਾਤਾਰ ਕਹਿ ਰਹੇ ਨੇ ਜਦੋਂ ਉਹਨਾਂ ਨੂੰ ਸਵਾਲ ਕੀਤੇ ਜਾਂਦੇ ਨੇ ਵੀ ਵਿਰੋਧੀ ਤੁਹਾਨੂੰ ਘੇਰ ਰਹੇ ਨੇ ਜਾਂ ਤੁਹਾਡੀ ਵੀ ਗੱਲ ਹੋ ਜਾਂਦੀ, ਉਹ ਇੱਕ ਗੱਲ ਕਹਿੰਦੇ ਆ ਜੀ, ਉਹ ਕਹਿੰਦੇ ਵੀ ਚਲੋ ਕਾਂਗਰਸ ਤਾਂ ਕਹਿੰਦੇ ਇੱਕ ਡਰਾਮਾ ਕਰੀ ਜਾਂਦੀ, ਪਰ ਅਕਾਲੀ ਦਲ ਦੇ ਤਾਂ ਕਹਿੰਦੇ ਸਿਰਫ ਹਾਲੇ ਤੱਕ ਤਾਂ ਆਪਣੀਆਂ ਗਲਤੀਆਂ ਲੱਭਣ ਨੂੰ ਉਹ ਹੋਏ ਪਏ ਆ। ਕਹਿੰਦੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਸੁਖਬੀਰ ਬਾਦਲ ਨੂੰ ਹਟਾਉਣਾ ਜਾਂ ਨਹੀਂ, ਉਹ ਸਿੱਧੇ ਤੌਰ ਤੇ ਮਤਲਬ ਕਿ ਨਿਸ਼ਾਨੇ ਤੁਹਾਡੇ ਦੇ ਸਾਥ ਦਿੰਦੇ ਆ ਜੀ ਵੀ ਮੁੱਦਿਆਂ ਦੀ ਗੱਲ ਨਾ ਕਰਕੇ ਤੁਸੀਂ ਆਪਣੀ ਪਾਰਟੀ ਦੀ ਗਲਤੀਆਂ ਲੱਭਣ 'ਚ ਵਿਅਸਤ ਹੋ। ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਸੀ ਸਾਡਾ, ਉਹਨੂੰ ਡਟ ਕੇ ਦਿੱਲੀ ਤੱਕ ਉਹਦੇ ਉੱਤੇ ਅਸੀਂ ਧਰਨਾ ਦੇ ਕੇ ਆਏ। ਬੰਦੀ ਸਿੰਘਾਂ ਦੀ ਗੱਲ ਕੀਤੀ ਆ, ਅਸੀਂ ਵੀ ਸਵਾਲ ਕੀਤਾ ਵੀ ਕੇਜਰੀਵਾਲ ਸਾਹਿਬ ਦੇ ਸਾਈਨ ਤੋਂ ਅੜੇ ਹੋਏ ਆ ਦਵਿੰਦਰ ਭੁੱਲਰ ਦੀ ਰਿਹਾਈ, ਪਰ ਉਹਨਾਂ ਨੇ ਇੱਕ ਗੱਲ ਕਹੀ ਸੀ, ਉਹ ਕਹਿੰਦੇ ਅੱਜ ਬੰਦੀ ਸਿੰਘਾਂ ਦੀ ਰਿਹਾਈ ਲਈ ਅਕਾਲੀ ਦਲ ਮੋਰਚੇ ਲਾ ਰਿਹਾ। ਜਦੋਂ ਅਕਾਲੀ ਦਲ ਦੀ ਅਕਾਲੀ ਭਾਜਪਾ ਸਰਕਾਰ ਸੀਗੀ, ਭਾਜਪਾ ਦੇ ਨਾਲ ਗੱਠਜੋੜ ਸੀਗਾ, ਉਦੋਂ ਕਿਹੜਾ ਕਹਿੰਦੇ ਉਹਨਾਂ ਦੀਆਂ ਅਜੇ ਮਤਲਬ ਕਿ ਪੂਰੀਆਂ ਨਹੀਂ ਹੋਈਆਂ ਸੀਗੀਆਂ, ਉਦੋਂ ਵੀ ਤਾਂ ਪੂਰੀਆਂ ਹੋ ਕਰ ਚੁੱਕੇ ਸੀਗੀ, ਵੀ ਉਦੋਂ ਕਿਉਂ ਨਹੀਂ ਰਿਹਾ ਕਰਵਾ ਸਕੇ ਜੀ? ਫਿਰ ਵਿਧਾਨ ਸਭਾ ਚੋਣਾਂ 2022 'ਚ ਮਿਲੀ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਕਮੇਟੀ ਦਾ ਗਠਨ ਕਰ ਦਿੱਤਾ ਜਾਂਦਾ ਹੈ, ਜਿਸ ਦੀ ਅਗਵਾਈ ਇਕਬਾਲ ਸਿੰਘ ਝੁੰਦਾ ਹੋਰੀ ਕਰਦੇ ਨੇ, ਤੇ ਫਿਰ ਉਸ ਕਮੇਟੀ ਦੀਆਂ ਸਿਫਾਰਿਸ਼ਾਂ ਨੂੰ ਮੰਨਦੇ ਹੋਏ ਜਾਂ ਉਸ ਰਿਪੋਰਟ ਨੂੰ ਮੰਨਦੇ ਹੋਏ ਜਥੇਬੰਦਕ ਢਾਂਚਾ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਭੰਗ ਕਰ ਦਿੱਤਾ ਜਾਂਦਾ ਹੈ। ਤੇ ਉਸ ਤੋਂ ਬਾਅਦ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਆਗੂ ਰਹੇ ਨੇ ਉਹਨਾਂ ਦੇ ਵੱਲੋਂ ਲਗਾਤਾਰ ਪਾਰਟੀ ਵਰਕਰਾਂ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਪਾਰਟੀ ਨੂੰ
ਹੋਰ ਉੱਤੇ ਚੁੱਕਿਆ ਜਾ ਸਕੇ। ਪਿੱਛੇ ਕੀ ਗਲਤੀਆਂ ਹੋਈਆਂ ਨੇ, ਜਾਂ ਕੋਈ ਹੋਰ ਸਮੱਸਿਆਵਾਂ ਰਹੀਆਂ ਨੇ, ਉਹਨਾਂ ਬਾਰੇ ਵੀ ਮੰਥਨ ਕੀਤਾ ਜਾ ਰਿਹਾ ਹੈ। ਸੋ ਅੱਜ ਡਾਕਟਰ ਦਲਜੀਤ ਸਿੰਘ ਚੀਮਾ ਹੋਰਾਂ ਦੇ ਵੱਲੋਂ ਰੋਪੜ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਨਾਲ ਇੱਕ ਮੀਟਿੰਗ ਕੀਤੀ ਜਾਂਦੀ ਹੈ। ਸੋ ਇਸ ਮੀਟਿੰਗ ਦੇ ਵਿੱਚ ਕੀ ਗੱਲਾਂ ਹੁੰਦੀਆਂ ਨੇ, ਕਿਉਂ ਇਸ ਮੀਟਿੰਗਾਂ ਕਰਨੀਆਂ ਪੈ ਰਹੀਆਂ, ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਅੱਜ ਫਿਰ ਇੱਕ ਮੀਟਿੰਗ ਜਿਹੜੀ ਲਗਾਤਾਰ ਆਪਾਂ ਦੇਖ ਰਹੇ ਹਾਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਤਜਰਬੇਕਾਰ ਆਗੂ ਰਹੇ ਨੇ ਉਹ ਲਗਾਤਾਰ ਵਰਕਰਾਂ ਦੇ ਨਾਲ ਮੀਟਿੰਗਾਂ ਕਰ ਰਹੇ ਨੇ, ਕਾਰਨ ਕੀ ਹੈ ਜੀ? ਦੇਖੋ, ਵਰਕਰਾਂ ਦੇ ਨਾਲ ਮੀਟਿੰਗਾਂ ਕਰਨਾ ਪਾਰਟੀ ਦੀ ਆਪਣੀ ਡਿਊਟੀ ਬਣਦੀ। ਸਾਡਾ ਵਰਕਰ ਹੈ, ਜ਼ਮੀਨ ਤੇ ਕੰਮ ਕਰਦਾ ਹੈ, ਸਾਰੀ ਉਹਨੂੰ ਫੀਡਬੈਕ ਹੈ ਲੋਕਾਂ ਦੀਆਂ ਮੁਸ਼ਕਲਾਂ ਦੀ, ਸਰਕਾਰ ਦੀ ਕਾਰਗੁਜ਼ਾਰੀ ਦੀ, ਆਪਣੀ ਪਾਰਟੀ ਕਿਸ ਤਰ੍ਹਾਂ ਕੰਮ ਕਰ ਰਹੀ ਹੈ, ਉਹਨਾਂ ਸਾਰੀਆਂ ਚੀਜ਼ਾਂ ਦੀ। ਤੇ ਉਹ ਮੀਟਿੰਗਾਂ ਇਸੇ ਕਰਕੇ ਕੀਤੀਆਂ ਜਾਂਦੀਆਂ ਕਿ ਉਹ ਚੀਜ਼ਾਂ ਸ਼ੇਅਰ ਕੀਤੀਆਂ ਜਾਣ, ਜਿਹੜੀ ਲੋਕਾਂ ਦੇ ਜਿਹੜੀ ਮਸਲੇ ਨੇ ਉਹਦੀ ਪਾਰਟੀ ਆਵਾਜ਼ ਉਠਾਏ। ਜਿਹੜੀ ਕੋਈ ਪਾਰਟੀ ਦੀ ਫੀਡਬੈਕ ਹੈ ਉਹਦੇ ਮੁਤਾਬਕ ਪਾਰਟੀ ਨੂੰ ਕਿਵੇਂ ਹੋਰ ਬੈਟਰ ਕਰਨਾ ਉਹ ਕੰਮ ਕੀਤਾ ਜਾਵੇ। ਇਸ ਕਰਕੇ ਜੇ ਮੀਟਿੰਗ ਹੀ ਨਹੀਂ ਕਰਾਂਗੇ, ਇਹ ਤਾਂ ਡੈਮੋਕ੍ਰੈਟਿਕ ਪ੍ਰੋਸੈਸ ਹੈ ਕਿ ਕੁਝ ਵਕਤ ਬਾਅਦ ਲਗਾਤਾਰ ਪਾਰਟੀ ਦੀਆਂ ਤੁਸੀਂ ਛੋਟੀਆਂ ਮੀਟਿੰਗਾਂ ਵੀ, ਵੱਡੀਆਂ ਮੀਟਿੰਗਾਂ ਵੀ, ਹਰ ਲੈਵਲ ਦੇ ਵਰਕਰ ਦੀਆਂ ਜਿਹੜੀਆਂ। ਇਸ ਕਰਕੇ ਅਸੀਂ ਹਲਕੇ ਦੇ ਜਿਹੜੇ ਜ਼ਿੰਮੇਵਾਰ ਸਾਡੀ ਟੀਮ ਹੈ ਉਹਨਾਂ ਸਾਰਿਆਂ ਨਾਲ ਬੈਠ ਕੇ ਤੇ ਅੱਜ ਲੋਕਾਂ ਦੇ ਮਸਲੇ ਵੀ ਵਿਚਾਰੇ ਆ। ਸਰਕਾਰ ਦੇ ਜਿਹੜੇ ਲੋਕਾਂ ਦੇ ਨਾਲ ਵਾਅਦੇ ਪੂਰੇ ਨਹੀਂ ਹੋਏ ਉਹਨਾਂ ਦੀ ਵੀ ਡਿਸਕਸ਼ਨ ਕੀਤੀ ਹੈ। ਜਾਨਵਰਾਂ ਦੀਆਂ ਬਹੁਤ ਵੱਡੀਆਂ ਬਿਮਾਰੀਆਂ ਫੈਲੀਆਂ ਹੋਈਆਂ, ਉਹਨਾਂ ਨੂੰ ਸਰਕਾਰੀ ਹਸਪਤਾਲਾਂ ਦੇ ਵਿੱਚ ਕੋਈ ਦਵਾਈ ਨਹੀਂ ਮਿਲ ਰਹੀ, ਲੋਕਾਂ ਨੂੰ ਪ੍ਰਾਈਵੇਟ ਪੈਸੇ ਮਹਿੰਗੇ ਖਰਚ ਕੇ ਇਲਾਜ ਕਰਾਉਣੇ ਚੱਲ ਰਹੇ ਆ, ਉਹਦਾ ਮਸਲਾ ਸਾਹਮਣੇ ਆਇਆ। ਝੋਨੇ ਦੇ ਵਿੱਚ ਬੜੀ ਵੱਡੀ ਪੱਧਰ ਦੇ ਉੱਤੇ ਬਿਮਾਰੀ ਫੈਲੀ ਹੋਈ ਹੈ, ਜਿਹਦੇ ਕਰਕੇ ਗਰੋਥ ਜਿਹੜੀ ਹੈ ਝੋਨੇ ਦੀ ਨਹੀਂ ਹੋ ਰਹੀ। ਕੁਝ ਵੈਰਾਈਟੀਆਂ ਜਿਹੜੀਆਂ ਨਵੀਆਂ ਯੂਨੀਵਰਸਿਟੀ ਨੇ ਦਿੱਤੀਆਂ ਸੀ ਉਹਦਾ ਮਸਲਾ ਸਾਹਮਣੇ ਆਇਆ, ਉਹ ਮਸਲਾ ਅੱਜ ਅਸੀਂ ਉਠਾਵਾਂਗੇ। ਇਸ ਕਰਕੇ ਮੀਟਿੰਗਾਂ ਤਾਂ ਇੱਕ ਡੈਮੋਕ੍ਰੈਟਿਕ ਪ੍ਰਕਿਰਿਆ। ਭਗਵੰਤ ਮਾਨ ਸਰਕਾਰ ਦੇ ਵਿੱਚ ਵਿਧਾਇਕ ਲਗਾਤਾਰ ਕਹਿ ਰਹੇ ਨੇ, ਜਦੋਂ ਉਹਨਾਂ ਨੂੰ ਸਵਾਲ ਕੀਤੇ ਜਾਂਦੇ ਨੇ ਵੀ ਵਿਰੋਧੀ ਤੁਹਾਨੂੰ ਘੇਰ ਰਹੇ ਨੇ ਜਾਂ ਤੁਹਾਡੀ ਵੀ ਗੱਲ ਹੋ ਜਾਂਦੀ, ਉਹ ਇੱਕ ਗੱਲ ਕਹਿੰਦੇ ਆ ਜੀ, ਉਹ ਕਹਿੰਦੇ ਵੀ ਚਲੋ ਕਾਂਗਰਸ ਤਾਂ ਕਹਿੰਦੇ ਇੱਕ ਡਰਾਮਾ ਕਰੀ ਜਾਂਦੀ, ਪਰ ਅਕਾਲੀ ਦਲ ਦੇ ਤਾਂ ਕਹਿੰਦੇ ਸਿਰਫ ਹਾਲੇ ਤੱਕ ਤਾਂ ਆਪਣੀਆਂ ਗਲਤੀਆਂ ਲੱਭਣ ਨੂੰ ਉਹ ਹੋਏ ਪਏ ਆ। ਕਹਿੰਦੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਸੁਖਬੀਰ ਬਾਦਲ ਨੂੰ ਹਟਾਉਣਾ ਜਾਂ ਨਹੀਂ। ਉਹ ਸਿੱਧੇ ਤੌਰ 'ਤੇ ਮਤਲਬ ਕਿ ਨਿਸ਼ਾਨੇ ਤੁਹਾਡੇ 'ਤੇ ਸਾਧ ਦਿੰਦੇ ਆ ਜੀ ਵੀ ਮੁੱਦਿਆਂ ਦੀ ਗੱਲ ਨਾ ਕਰਕੇ ਤੁਸੀਂ ਆਪਣੀ ਪਾਰਟੀ ਦੀ ਗਲਤੀਆਂ ਲੱਭਣ 'ਚ ਵਿਅਸਤ ਹੋ। ਦੇਖੋ, ਕਿਹੜਾ ਮੁੱਦਾ ਜਿਹੜਾ ਸਰਕਾਰ ਦਾ ਅਸੀਂ ਨਹੀਂ ਉਠਾਇਆ? ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਸੀ ਸਾਡਾ, ਉਹਨੂੰ ਡਟ ਕੇ ਦਿੱਲੀ ਤੱਕ ਉਹਦੇ ਉੱਤੇ ਅਸੀਂ ਧਰਨਾ ਦੇ ਕੇ ਆਏ। ਜਿਹੜੇ ਹੁਣ ਸੇਵਾ ਕੇਂਦਰ ਦੀ ਕਲੀਨਿਕ ਬਣਾਏ ਜਾ ਰਹੇ ਆ ਉਹਦੇ ਵਿੱਚ ਵੱਡੀ ਕਰਪਸ਼ਨ ਹੋਈ ਹੈ ਕਿ 20 ਲੱਖ ਰੁਪਈਆ ਇਕੱਲਾ ਰੰਗ ਰੋਦਨ ਦਾ ਬਣੀ ਬਣਾਈ ਬਿਲਡਿੰਗ ਦੇ ਉੱਤੇ ਖਰਚ ਕੇ ਤੇ 75 ਜਿਹੜੇ ਆ ਇਹੋ ਜਿਹੇ ਕਲੀਨਿਕ ਖੋਲ੍ਹੇ ਜਾ ਰਹੇ ਆ। 15 ਕਰੋੜ ਦਾ ਇਹ ਬੜਾ ਵੱਡਾ ਸਕੈਂਡਲ ਹੈ, ਉਹਦੇ ਉੱਤੇ ਅਸੀਂ ਜ਼ੋਰ ਸ਼ੋਰ ਦੇ ਨਾਲ ਵਕਾਲਤ ਕੀਤੀ ਹੈ। ਜੇ ਚੰਡੀਗੜ੍ਹ ਦਾ ਮੁੱਦਾ ਆਇਆ ਸੀ ਕਿ ਜਿਹੜੀ ਹੈ ਗ੍ਰਹਿ ਮੰਤਰੀ ਨੇ ਬਿਆਨ ਦਿੱਤਾ ਕਿ ਚੰਡੀਗੜ੍ਹ ਦੇ ਵਿੱਚ ਹਰਿਆਣਾ ਨੂੰ ਵੱਖਰੀ ਜ਼ਮੀਨ ਦਿੱਤੀ ਜਾਏਗੀ, ਅਸੀਂ ਰਾਜਪਾਲ ਕੋਲ ਜਾ ਕੇ ਤੇ ਬੜਾ ਡਿਟੇਲ ਦੇ ਵਿੱਚ ਵਿਸਤਾਰਤ ਮੈਮੋਰੈਂਡਮ ਉਹਨਾਂ ਨੂੰ ਜਾ ਕੇ ਦਿੱਤਾ ਕਿ ਇਹਨੂੰ ਇਮੀਡੀਏਟਲੀ ਰੋਕਿਆ ਜਾਵੇ। ਜੇ ਪੰਜਾਬ ਯੂਨੀਵਰਸਿਟੀ ਦਾ ਮਸਲਾ ਸੀ ਉਹ ਅਸੀਂ ਲਗਾਤਾਰ ਜਿਹੜਾ ਉੱਥੇ ਜਾ ਕੇ ਚੁੱਕਿਆ। ਲਾ ਐਂਡ ਆਰਡਰ ਦਾ ਮਸਲਾ ਉਹ ਅਸੀਂ ਗਵਰਨਰ ਸਾਹਿਬ ਕੋਲ ਵੀ ਚੁੱਕਿਆ, ਲੋਕਾਂ ਦੀ ਕਚਹਿਰੀ ਦੇ ਵਿੱਚ ਵੀ ਚੁੱਕਿਆ। ਇਸ ਕਰਕੇ ਜੇ ਗਾਣੇ ਬੰਦ ਹੋਏ ਸੀਗੇ ਜਿਹੜੇ ਰਿਹਾਈ ਦਾ ਜਿਹੜਾ ਗਾਣਾ ਤੇ ਇੱਕ ਸਿੱਧੂ ਮੂਸੇਵਾਲ ਦਾ SYL ਦਾ, ਉਹਦੇ ਉੱਤੇ ਵੀ ਅਸੀਂ ਲੋਕਾਂ 'ਚ ਵੀ ਪ੍ਰੋਟੈਸਟ ਕੀਤਾ, ਦਿੱਲੀ ਵੀ ਜਾ ਕੇ ਉਹਦੇ ਉੱਤੇ ਆਵਾਜ਼ ਉਠਾਈ। ਇਸ ਕਰਕੇ ਪਬਲਿਕ ਦੇ ਇਸ਼ੂਜ਼ ਵੀ ਨਾਲ ਦੀ ਨਾਲ ਰੋਜ਼ ਉਠਾਉਂਦੇ ਆ। ਵਿਧਾਨ ਸਭਾ ਦਾ ਫੋਰਮ ਆਉਂਦਾ ਉੱਥੇ ਵੀ ਉਠਾਉਂਦੇ ਆ, ਨਾਲ ਦੀ ਨਾਲ ਪਾਰਟੀ ਨੂੰ ਅਸੀਂ ਕਿੱਦਾਂ ਰੀਸਟਰਕਚਰ ਕਰਨਾ ਉਹਦੀ ਮੀਟਿੰਗ ਕਰਦੇ। ਸਾਰੇ ਕੰਮ ਇਕੱਠੇ ਨਾਲ ਚੱਲਦੇ ਪਏ। ਤੁਸੀਂ ਬੰਦੀ ਸਿੰਘਾਂ ਦੀ ਗੱਲ ਕੀਤੀ ਹੈ, ਅਸੀਂ ਵੀ ਸਵਾਲ ਕੀਤਾ ਵੀ ਕੇਜਰੀਵਾਲ ਸਾਹਿਬ ਦੇ ਸਾਈਨ ਤੋਂ ਅੜੇ ਹੋਏ ਆ ਦਵਿੰਦਰ ਭੁੱਲਰ ਦੀ ਰਿਹਾਈ, ਪਰ ਉਹਨਾਂ ਨੇ ਇੱਕ ਗੱਲ ਕਹੀ ਸੀ, ਉਹ ਕਹਿੰਦੇ ਅੱਜ ਬੰਦੀ ਸਿੰਘਾਂ ਦੀ ਰਿਹਾਈ ਲਈ ਅਕਾਲੀ ਦਲ ਮੋਰਚੇ ਲਾ ਰਿਹਾ। ਜਦੋਂ ਅਕਾਲੀ ਦਲ ਦੀ ਅਕਾਲੀ ਭਾਜਪਾ ਸਰਕਾਰ ਸੀਗੀ, ਭਾਜਪਾ ਦੇ ਨਾਲ ਗੱਠਜੋੜ ਸੀਗਾ, ਉਦੋਂ ਕਿਹੜਾ ਕਹਿੰਦੇ ਉਹਨਾਂ ਦੀਆਂ ਅਜੇ ਮਤਲਬ ਕਿ ਪੂਰੀਆਂ ਨਹੀਂ ਹੋਈਆਂ ਸੀਗੀਆਂ, ਉਦੋਂ ਵੀ ਤਾਂ ਪੂਰੀਆਂ ਹੋ ਕਰ ਚੁੱਕੇ ਸੀਗੀ, ਵੀ ਉਦੋਂ ਕਿਉਂ ਨਹੀਂ ਰਿਹਾ ਕਰਵਾ ਸਕੇ ਜੀ? ਫਿਰ ਦੇਖੋ 2010 ਦੇ ਵਿੱਚ ਫੈਸਲਾ ਆਇਆ, 2012 ਦੇ ਵਿੱਚ ਫਾਂਸੀ ਦੇ ਵਾਰੰਟ ਆਏ, ਸਾਡੀ ਸਰਕਾਰ ਸੀ, ਫਾਂਸੀ ਨਹੀਂ ਲੱਗੀ, ਕਿਵੇਂ ਰੁਕੀ? ਕਦੀ ਸੁਣਿਆ ਸੀ ਅੱਜ ਤੱਕ ਭਈ ਫਾਂਸੀ ਦੇ ਵਾਰੰਟ ਆ ਜਾਣ, ਜੇਲ੍ਹ ਸੁਪਰਡੈਂਟ ਨੂੰ ਅਦਾਲਤਾਂ ਹੁਕਮ ਕਰ ਦੇਣ ਤੇ ਜਿਹੜੀ ਹੈ ਉਹਨੂੰ ਫਾਂਸੀ ਨਾ ਲੱਗੇ? ਕਿਉਂਕਿ ਉਸੇ ਦਿਨ ਹੀ ਮੁੱਖ ਮੰਤਰੀ ਸਾਹਿਬ ਨੇ ਜਾ ਕੇ ਟੇਕਅਪ ਕੀਤਾ ਸੀ ਜਿਹੜਾ ਦੇਸ਼ ਦੇ ਰਾਸ਼ਟਰਪਤੀ ਕੋਲੇ ਵੀ, ਪ੍ਰਧਾਨ ਮੰਤਰੀ ਕੋਲੇ, ਤੇ ਉਹ ਚੀਜ਼ ਰੋਕੀ। ਉਹਦੀ SGPC ਨੇ ਉਸੇ ਵੇਲੇ ਪਟੀਸ਼ਨ ਫਾਈਲ ਕੀਤੀ। ਤੇ ਇਸ ਤੋਂ ਪਹਿਲਾਂ ਜਿੰਨੀ ਦੇਰ ਤੱਕ ਫੈਸਲਾ ਸੁਪਰੀਮ ਕੋਰਟਾਂ 'ਚ ਹੁੰਦਾ
ਉਨੀ ਦੇਰ ਤੱਕ ਤਾਂ ਗਵਰਨਮੈਂਟ ਦਾ ਕੋਈ ਵਰਕਿੰਗ ਸ਼ੁਰੂ ਨਹੀਂ ਹੁੰਦੀ। ਜਦੋਂ ਫੈਸਲਾ ਆਉਂਦਾ ਤੁਹਾਡੇ ਹੱਕ 'ਚ ਆਵੇ ਖਿਲਾਫ ਆਵੇ, ਉਦੋਂ ਹੀ ਤੁਹਾਡਾ ਅਗਲਾ ਸਟੈਪ ਸ਼ੁਰੂ ਹੁੰਦਾ। ਇਸ ਕਰਕੇ ਰਿਵਾਜ ਬਣ ਗਿਆ ਵੀ ਜੋ ਕੰਮ ਹੈ ਉਹਨੂੰ ਕਹਿ ਦਿਓ ਕਿ ਅਕਾਲੀ ਦਲ ਨੇ ਉਦੋਂ ਕਿਉਂ ਨਹੀਂ ਕੀਤਾ। ਹੁਣ ਜਦੋਂ ਕੇਸ ਸੈਸ਼ਨ ਕੋਰਟ 'ਚ ਚੱਲਦਾ, ਉਸ ਤੋਂ ਬਾਅਦ ਹਾਈ ਕੋਰਟ 'ਚ ਚੱਲਦਾ, ਉਸ ਤੋਂ ਬਾਅਦ ਸੁਪਰੀਮ ਕੋਰਟ 'ਚ ਚੱਲਦਾ, ਅਤੇ ਜਦੋਂ ਫਾਂਸੀ ਦਾ ਹੁਕਮ ਆਇਆ ਉਦੋਂ ਸਰਕਾਰ ਦਾ ਕੰਮ ਸ਼ੁਰੂ ਹੋਇਆ, ਪਾਰਟੀ ਦਾ ਕੰਮ ਸ਼ੁਰੂ ਹੋਇਆ। ਉਦੋਂ ਜੇ ਸਾਡੀ ਸਰਕਾਰ ਜਿਹੜੀ ਉਸ ਵੇਲੇ ਇਸ ਤਰ੍ਹਾਂ ਡਟ ਕੇ ਪਹਿਰਾ ਨਾ ਦਿੰਦੀ, ਤੁਹਾਨੂੰ ਪਤਾ ਜੇਲ੍ਹ ਸੁਪਰਡੈਂਟ ਨੂੰ ਵੀ ਬੁਲਾ ਕੇ ਹਾਈ ਕੋਰਟ ਨੇ ਬਾਅਦ 'ਚ ਧਮਕੀਆਂ ਦਿੱਤੀਆਂ ਕਿ ਡਿਸਮਿਸ ਕੀਤਾ ਜਾਏਗਾ, ਪਰ ਫਾਂਸੀ ਨਹੀਂ ਲੱਗੀ। ਪਟੀਸ਼ਨ ਇੱਕ ਜਿਹੜੀ ਆ ਲੀਗਲ ਪ੍ਰਕਿਰਿਆ, ਉਹ ਪਟੀਸ਼ਨ SGPC ਨੇ ਜਾ ਕੇ ਫਾਈਲ ਕੀਤੀ ਹੈ। ਹੁਣ ਤੱਕ ਉਹ ਪਟੀਸ਼ਨ ਪੈਂਡਿੰਗ ਹੈ। ਹਾਲੇ ਪਿੱਛੇ ਜੇ ਸੁਪਰੀਮ ਕੋਰਟ ਨੇ ਉੱਤੇ ਹਦਾਇਤ ਕੀਤੀ ਹੈ ਕਿ ਗਵਰਨਮੈਂਟ ਆਫ ਇੰਡੀਆ ਡਿਸੀਜਨ ਲਵੇ। ਇਸ ਕਰਕੇ ਇਹ ਜਿਹੜੀ ਧਾਰਨਾ ਹੈ ਨਾ, ਇਹ ਇੱਕ ਆਦਤ ਬਣ ਗਈ ਕਿ ਨਾ ਤੁਸੀਂ ਮੀਡੀਆ ਵਾਲੇ ਇਸ ਚੀਜ਼ ਨੂੰ ਕਾਊਂਟਰ ਕੁਐਸਚਨ ਕਰਦੇ ਹੋ ਵੀ ਉਹ ਕੀ ਕਰ ਸਕਦੇ ਸੀ, ਵੀ ਜਦੋਂ ਕੇਸ ਹੀ ਹਾਲੇ ਅਦਾਲਤ ਸੁਣ ਰਹੀ ਹੋਵੇ ਤੇ ਉੱਥੇ ਕੋਈ ਪੋਲੀਟੀਕਲ ਪਾਰਟੀ ਕੀ ਕਰ। ਤਾਂ ਹੀ ਤੁਹਾਨੂੰ ਸਵਾਲ ਕੀਤਾ, ਤੁਹਾਡਾ ਪੱਖ ਜਾ ਰਿਹਾ ਨਾ ਜੀ, ਇਸੇ ਕਰਕੇ ਉਹਨਾਂ ਨੂੰ ਜਵਾਬ ਜਾ ਰਿਹਾ। ਨਹੀਂ, ਮੈਂ ਕਹਿੰਦਾ ਕਿ ਜਿਹੜੇ ਇਹਨਾਂ ਨੂੰ ਪੁੱਛਿਆ ਕਰੋ ਨਾ, ਜਿਹੜੇ ਭਗਵੰਤ ਮਾਨ ਨੂੰ ਜਦੋਂ ਗੱਲ ਕਰਦਾ ਤੁਹਾਨੂੰ ਜ਼ਰੂਰ ਪੁੱਛਣਾ ਚਾਹੀਦਾ ਵੀ ਕੀ ਰੋਲ ਬਣਦਾ। ਦੱਸੋ ਕਿ ਜਦੋਂ ਕੇਸ ਅਦਾਲਤ ਵਿੱਚ ਚੱਲ ਰਿਹਾ ਹੁੰਦਾ ਉਦੋਂ ਕਿਸੇ ਪੋਲੀਟੀਕਲ ਪਾਰਟੀ ਦਾ ਕੀ ਰੋਲ ਬਣਦਾ ਹੁੰਦਾ, ਉਦੋਂ ਇਹ ਕੁਐਸਚਨ ਇਹਨਾਂ ਨੂੰ ਜ਼ਰੂਰ ਕਰੋ, ਕਿਉਂਕਿ ਇਹਨਾਂ ਨੂੰ ਤਾਂ ਆਦਤ ਬਣ ਗਈ ਕਿ ਇਹ ਝੂਠ ਵਾਰ-ਵਾਰ ਬੋਲੀ ਜਾਓ। ਅਤੇ ਉਹ ਜਿਹਨੇ ਇੱਕ ਵਾਰੀ ਝੂਠ ਸੁਣਿਆ, ਉਹਨੇ ਜੇ ਦੂਜਾ ਪੱਖ ਨਹੀਂ ਸੁਣਿਆ ਤਾਂ ਉਹਨੂੰ ਤਾਂ ਲੱਗੇਗਾ ਵੀ ਸ਼ਾਇਦ ਇਹ ਜੋ ਮੁੱਖ ਮੰਤਰੀ ਕਹਿ ਗਿਆ ਬੜੀ ਪੱਕੀ ਗੱਲ ਕਹਿ ਗਿਆ। ਇਸ ਕਰਕੇ ਜਿੱਥੇ ਰੋਲ ਬਣਦਾ ਸੀ ਉੱਥੇ ਪਾਰਟੀ ਲੱਗੀ ਹੋਈ ਆ, ਹੁਣ ਵੀ ਲਗਾਤਾਰ ਲੱਗੇ ਹੋਏ ਆ। ਇਲੈਕਸ਼ਨ ਦੇ ਵਿੱਚ ਵੀ ਪਾਰਲੀਮੈਂਟ ਦੇ ਵਿੱਚ ਇਹ ਮੁੱਦਾ ਫੋਕਸ ਕਰਨ ਵਾਸਤੇ ਹੀ ਜਿਹੜਾ ਇਸ ਗੱਲ ਨੂੰ ਕਿ ਸਾਰੇ ਦੇਸ਼ ਦਾ ਧਿਆਨ ਇੱਥੇ ਕੇਂਦਰਿਤ ਹੋਵੇ, ਉਦੋਂ ਵੀ ਕੀਤਾ, ਹੁਣ ਦਿੱਲੀ ਜਾ ਕੇ ਫਿਰ ਕੀਤਾ। ਸ਼੍ਰੀ ਅਕਾਲ ਤਖਤ ਸਾਹਿਬ ਦਾ ਵੀ ਹੁਕਮ ਹੋਇਆ, ਉਹਦੇ 'ਤੇ SGPC ਨੇ ਕਮੇਟੀ ਵੀ ਬਣਾਈ। ਇਸ ਕਰਕੇ ਚਾਰਾ ਜੋ ਚੱਲ ਰਹੀ ਆ, ਉਮੀਦ ਹੈ ਕਿ ਪਰਮਾਤਮਾ ਕਿਰਪਾ ਕਰਨਗੇ ਔਰ ਬੜੀ ਵੱਡੀ ਬੇਇਨਸਾਫੀ ਹੈ ਦੂਰ ਹੋਏਗੀ। ਤੁਹਾਡੀ ਸਰਕਾਰ ਦੇ ਵੇਲੇ ਕਿਹੜੇ ਅਜਿਹੇ ਕੰਮ ਸੀ ਜਿਹੜੇ ਤੁਹਾਨੂੰ ਲੱਗਦਾ ਵੀ ਸਾਡੇ ਬਹੁਤ ਵਧੀਆ ਸੀ ਜੀ, ਕਾਂਗਰਸ ਕਰ ਨਹੀਂ ਸਕੀ ਤੇ ਆਮ ਆਦਮੀ ਪਾਰਟੀ ਹੁਣ ਤੱਕ ਕਰ ਨਹੀਂ ਪਾਈ ਜੀ 6 ਮਹੀਨੇ ਤੱਕ? ਨਹੀਂ ਦੇਖੋ, ਕੰਮ ਤੇ ਜੇ ਮੈਂ ਗਿਣਨ ਲੱਗਾ ਨਾ ਤਾਂ ਤੁਹਾਡੀ ਸਾਰੀ ਇੰਟਰਵਿਊ ਇਹਦੇ 'ਚ ਖਤਮ ਹੋ ਜਾਏ, ਕਿਉਂਕਿ ਇੱਕ ਕੰਮ ਨਹੀਂ ਹੈ। ਪਰ ਹੁਣ ਬਦਕਿਸਮਤੀ ਇਸ ਗੱਲ ਦੀ ਹੈ ਕਿ ਡਿਵੈਲਪਮੈਂਟ ਜਿਹੜਾ ਇਹ ਸਾਡੇ ਇਲੈਕਸ਼ਨਾਂ ਦਾ ਮੁੱਦਾ ਨਹੀਂ ਰਿਹਾ। ਹੁਣ ਕੁਛ ਪਾਰਟੀਆਂ ਨੇ ਇਹੋ ਜਿਹਾ ਢੰਗ ਤਰੀਕਾ ਅਪਣਾਉਣਾ ਸ਼ੁਰੂ ਕਰ ਦਿੱਤਾ ਸੋਸ਼ਲ ਮੀਡੀਆ ਦੇ ਵਿੱਚ ਕਿ ਉਹ ਮੇਨ ਇਸ਼ੂ ਤੋਂ ਲੋਕਾਂ ਨੂੰ ਡਾਇਵਰਟ ਕਰਕੇ ਅਤੇ ਇਹੋ ਜਿਹੇ ਇਸ਼ੂ ਜਿਹੜੇ ਆ ਉਹ ਯੂਥ ਦੇ ਮਨ ਦੇ ਵਿੱਚ ਬੇਰੁਜ਼ਗਾਰੀ ਦਾ ਇਸ਼ੂ, ਘਰ ਘਰ ਨੌਕਰੀਆਂ ਦੇਣ ਦੀਆਂ ਗੱਲਾਂ, ਹੋਰ ਵੱਡੇ ਵੱਡੇ ਅਨਾਊਂਸਮੈਂਟਾਂ ਕਰਕੇ ਲੋਕਾਂ ਨੂੰ ਵਿਨ ਓਵਰ ਕਰਨ ਵਾਲੇ ਪਾਸੇ ਲੈ ਜਾਂਦੇ ਆ। ਅਸਲੀ ਇਸ਼ੂ ਜਿਹਦੇ ਉੱਤੇ ਡੈਮੋਕ੍ਰੇਸੀ ਦੇ ਵਿੱਚ ਬਹਿਸ ਹੋਣੀ ਚਾਹੀਦੀ ਹੈ ਕਿ ਲਾ ਐਂਡ ਆਰਡਰ ਦੀ ਸਥਿਤੀ ਤੁਹਾਡੀ ਕਿੱਦਾਂ ਦੀ ਸੀ, ਤੁਹਾਡੀ ਡਿਵੈਲਪਮੈਂਟ ਕਿੱਦਾਂ ਦੀ ਸੀ, ਜੋ ਫਾਈਨੈਂਸ਼ੀਅਲ ਕੰਡੀਸ਼ਨ ਹੈ ਸਟੇਟ ਦੀ ਉਹ ਦੂਜਾ ਕਿਸ ਤਰ੍ਹਾਂ ਦੀ ਸੀ, ਤੁਸੀਂ ਐਜੂਕੇਸ਼ਨ ਵਾਸਤੇ ਕਿੱਡੇ ਕਿੱਡੇ ਵੱਡੇ ਅਦਾਰੇ ਖੋਲ੍ਹੇ, ਤੁਸੀਂ ਪਾਵਰ ਜਨਰੇਸ਼ਨ ਵਾਸਤੇ ਕਿੰਨਾ ਅੱਛਾ ਕੰਮ ਕੀਤਾ, ਤੁਸੀਂ ਹੈਲਥ ਦੇ ਵਿੱਚ ਆਪਣੇ ਟਾਈਮ ਦੇ ਉੱਤੇ ਕੀ ਕੁਛ ਕ੍ਰੀਏਟ ਕੀਤਾ। ਇਹ ਬਦਕਿਸਮਤੀ ਦੇ ਨਾਲ ਹੁਣ ਲੋਕਾਂ ਦੇ ਜਿਹੜੀ ਡੈਮੋਕ੍ਰੇਸੀ ਦੇ ਵਿੱਚ ਕੁਝ ਪਾਰਟੀਆਂ ਨੇ ਇਹਨਾਂ ਇਸ਼ੂ ਤੋਂ ਧਿਆਨ ਲੋਕਾਂ ਦਾ ਹਟਾਉਣ ਦੇ ਨਵੇਂ ਢੰਗ ਤਰੀਕੇ, ਝੂਠ ਬੋਲਣਾ, ਕੂੜ ਪ੍ਰਚਾਰ ਕਰਨਾ, ਝੂਠੇ ਇਸ਼ੂ ਬਣਾਉਣਾ, ਇਸ ਪਾਸੇ ਧਿਆਨ ਕਰ ਦਿੱਤਾ। ਬੇਰੁਜ਼ਗਾਰੀ ਜਾਂ ਘਰ ਘਰ ਨੌਕਰੀ ਨੂੰ ਇਸ਼ੂ ਨਹੀਂ ਮੰਨਦੇ ਹੋ ਤੁਸੀਂ? ਨਹੀਂ, ਘਰ ਘਰ ਜਿਹੜੀ ਨੌਕਰੀ ਇਸ਼ੂ ਹੈ, ਪਰ ਤੁਸੀਂ ਸਾਡੀ ਸਰਕਾਰ ਦਾ ਦੇਖੋ ਕਿ ਅਸੀਂ 2,85,000 ਉਸ ਵੇਲੇ ਨੌਕਰੀ ਜਿਹੜੀ ਹੈ ਗਵਰਨਮੈਂਟ ਸੈਕਟਰ ਦੇ ਵਿੱਚ ਆਪਣੀ ਰਿਕਰੂਟਮੈਂਟ ਕੀਤੀ ਔਰ ਟਰਾਂਸਪੋਰਟ ਰਿਕਰੂਟਮੈਂਟ ਕੀਤੀ। ਪੁਲਿਸ ਦੀ ਭਰਤੀ ਬੰਦ ਸੀ ਸਾਡੇ ਆਉਣ ਤੋਂ ਪਹਿਲਾਂ, ਸਾਡੇ ਟਾਈਮ 'ਤੇ ਹੋਈ। ਅਧਿਆਪਕ ਅਸੀਂ ਇੱਕ ਵਾਰੀ ਆਲਮੋਸਟ ਸਾਰੇ ਸੈਚੂਰੇਸ਼ਨ ਪੁਆਇੰਟ 'ਤੇ ਲੈਂਦੇ ਸੀ ਜਿਹੜੇ ਆ, ਇੰਨੀ ਲਗਾਤਾਰ ਭਰਤੀ ਹੋਈ। ਬਾਕੀ ਮਹਿਕਮੇ ਦੇ ਵਿੱਚ ਲਗਾਤਾਰ ਭਰਤੀ ਹੋਈ। ਪਰ ਜੇ ਅਸੀਂ ਸੱਚ ਕਿਹਾ ਕਿ ਸਰਕਾਰ ਦੇ ਵਿੱਚ ਇੰਨੇ ਕੋਈ ਬੰਦੇ ਭਰਤੀ ਹੋ ਸਕਦੇ ਆ 5 ਸਾਲਾਂ ਦੇ ਵਿੱਚ ਕਿ 15-20 ਵੈਕੈਂਸੀ ਰਿਟਾਇਰਮੈਂਟ ਕਰਕੇ ਹੁੰਦੀ ਹੈ, ਇੰਨੇ ਹੋ ਸਕਦੇ, ਅਤੇ ਦੂਜਾ ਆ ਕੇ ਕਹਿ ਦੇਵੇ ਜੀ ਇਹ ਤਾਂ ਝੂਠ ਬੋਲਦੇ ਆ, ਅਸੀਂ ਤਾਂ ਸਾਰਿਆਂ ਨੂੰ ਸਰਕਾਰੀ ਨੌਕਰੀ ਦੇ ਦੇਣੀ ਘਰ ਘਰ, ਅਤੇ ਬੱਚਿਆਂ ਨੂੰ ਤਾਂ ਉਹ ਚੰਗਾ ਲੱਗਦਾ, ਮਾਪਿਆਂ ਨੂੰ ਵੀ ਉਹ ਗੱਲ ਚੰਗੀ ਲੱਗਦੀ। ਉਹ ਤਾਂ ਹੁਣ ਸਾਬਤ ਹੋਇਆ ਵੀ ਝੂਠ ਸੀ, ਉਹ ਤਾਂ ਹੁਣ ਸਾਬਤ ਹੋਇਆ ਨਾ ਕਿ ਝੂਠ ਸੀ। ਹੁਣ ਸੱਚ ਬੋਲਣ ਦੀ ਕਈ ਵਾਰੀ ਸਜ਼ਾ ਮਿਲ ਜਾਂਦੀ। ਪਰ ਲੋਕ ਤਾਂ ਇਹ ਕਹਿੰਦੇ ਆ ਜੀ ਵੀ ਲੋਕ ਕਹਿੰਦੇ ਵੀ ਚਲੋ ਨੌਕਰੀ, ਅੱਜ ਗੱਲਾਂ ਇਹ ਕਰ ਰਿਹਾ ਜੋ ਹਾਲਾਤ ਦੇਖੇ ਨੇ ਲੋਕਾਂ ਨੇ ਵੀ ਇਹਨਾਂ ਨਾਲ ਤਾਂ ਯਾਰ ਬਾਦਲ ਚੰਗੇ ਸੀਗੇ, ਅਕਾਲੀ ਦਲ ਚੰਗਾ ਸੀ ਜਿਨ੍ਹਾਂ ਨੇ ਸੜਕਾਂ ਵੀ ਲਿਆਂਦੀਆਂ, ਹੋਰ ਬਹੁਤ ਸਾਰੇ ਕਲੀਨਿਕ, ਚਲੋ ਗੱਲ ਹੁੰਦੀ। ਪਰ ਉਹ ਇੱਕ ਗੱਲ ਨਾਲ ਇਹ ਵੀ ਕਹਿ ਦਿੰਦੇ ਆ ਜੀ ਵੀ ਜੇਕਰ ਬੇਅਦਬੀ ਮਾਮਲੇ ਦੇ ਵਿੱਚ ਚੰਗੀ ਭੂਮਿਕਾ ਨਿਭਾਈ ਹੁੰਦੀ ਅਕਾਲੀ ਦਲ ਨੇ ਤਾਂ ਆਹ ਹਾਲ ਨਾ ਹੁੰਦਾ। ਨਸ਼ਿਆਂ ਦੀ ਗੱਲ ਤੱਕ ਵੀ ਨੌਬਤ ਜਿਹੜੀ ਆ ਜਾਂਦੀ ਹੈ ਵੀ ਨਸ਼ੇ ਦੀ ਸਮੱਸਿਆ ਦਾ ਜ਼ਿੰਮੇਵਾਰ ਤੁਹਾਨੂੰ ਦੱਸ ਦਿੱਤਾ ਜਾਂਦਾ ਜੀ। ਦੇਖੋ, ਬੇਅਦਬੀ ਦੀਆਂ ਜਿਹੜੀਆਂ ਗੱਲਾਂ ਹੈਗੀਆਂ, ਜਦੋਂ ਸਾਡੀ ਸਰਕਾਰ ਚੜੇਗੀ ਬਾਅਦ 'ਚ ਕਿੰਨੀਆਂ ਘਟਨਾਵਾਂ ਹੋਈਆਂ। ਫਰਕ ਸਿਰਫ ਇਹ ਹੈ ਕਿ ਅਸੀਂ ਗੰਦੀ ਰਾਜਨੀਤੀ ਨਹੀਂ ਕੀਤੀ। ਤੁਹਾਡੇ ਸਾਹਮਣੇ ਤੁਸੀਂ, ਤੁਹਾਡੇ ਪਿੰਡ ਦੇ ਕੋਲ ਸਾਡੇ ਇੱਥੇ ਗੁਰਦੁਆਰਿਆਂ ਦੇ ਵਿੱਚ ਹੋਈਆਂ, ਪਰ ਅਸੀਂ ਇੱਕ ਜ਼ਿੰਮੇਵਾਰ ਸਿੱਖ ਦੀ ਭੂਮਿਕਾ ਨਿਭਾਈ ਵੀ ਉੱਥੇ
ਪੁਲਿਸ ਦੇ ਨਾਲ ਲੱਗ ਕੇ ਤੇ ਕੋਸ਼ਿਸ਼ ਕੀਤੀ ਕਿ ਬੰਦਾ ਸਹੀ ਲੱਭੋ। ਉਹਨੂੰ ਪੰਚਾਇਤ ਨੂੰ ਨਾਲ ਲਿਆ, ਉੱਥੇ ਕੋਈ ਡਰਾਮੇ ਨਹੀਂ ਕੀਤੇ, ਕੋਈ ਸ਼ੋਰ ਸ਼ਰਾਬਾ ਨਹੀਂ ਕੀਤਾ, ਫਿਰ ਉੱਥੇ ਮਰਿਆਦਾ ਬਹਾਲ ਕਰਾਈ। ਸਾਡਾ ਰੋਡ ਜਿਹੜਾ ਪੋਜ਼ਿਟਿਵ ਰਿਹਾ। ਪਰ ਚੈਲੰਜ ਤਾਂ ਤੁਹਾਡੀ ਸਰਕਾਰ ਵੱਲੋਂ ਚੈਲੰਜ ਕਰਕੇ ਬੇਅਦਬੀ ਕੀਤੀ ਗਈ ਜਿਹੜੀ ਉਹ ਤੁਹਾਨੂੰ ਲੱਗਦਾ ਨਹੀਂ ਵੀ ਉਹਨੇ ਸਾਨੂੰ ਜ਼ਿਆਦਾ ਖਾਧਾ ਹੈ ਅਕਾਲੀ ਦਲ ਨੂੰ ਜੀ? ਚੈਲੰਜ ਕਰਕੇ ਤੇ ਉਸ ਤੋਂ ਬਾਅਦ ਰਾਮ ਰਹੀਮ ਨੂੰ ਤੁਹਾਡੀ ਹੀ ਸਰਕਾਰ ਵੱਲੋਂ ਬਿਨਾਂ ਮਾਫੀ ਮੰਗੇ ਤੋਂ ਮਾਫੀ ਦੇਣੀ ਜੀ? ਦੇਖੋ ਗੱਲ ਇਹ ਹੈ ਕਿ ਸਾਡੇ ਵੇਲੇ ਜਦੋਂ ਇੰਸੀਡੈਂਟ ਹੋਈ ਸੀਗੀ, ਉਹ ਇੰਸੀਡੈਂਟ ਗੰਭੀਰ ਸੀ। ਆਵਾਜ਼ ਉੱਠੀ ਉਸ ਵੇਲੇ ਕਿ ਸਾਨੂੰ ਸਟੇਟ ਦੀ ਪੁਲਿਸ ਤੇ ਭਰੋਸਾ ਨਹੀਂ ਹੈ, ਤੁਸੀਂ ਇਹਦੀ ਸੀਬੀਆਈ ਜਾਂਚ ਕਰਾਓ। ਉੱਠੀ ਕਿ ਨਹੀਂ ਉੱਠੀ? ਤਿੰਨੇ ਕੇਸ ਹੀ ਸੀਬੀਆਈ ਨੂੰ ਦਿੱਤੇ, ਤਿੰਨੇ ਕੇਸ ਸੀਬੀਆਈ ਨੂੰ ਦਿੱਤੇ। ਹੁਣ ਜਦੋਂ ਸੀਬੀਆਈ ਨੂੰ ਤੁਸੀਂ ਤਿੰਨੇ ਕੇਸ ਦੇ ਦਿੱਤੇ, ਤੁਹਾਡੇ ਟਾਈਮ ਤੇ ਹਾਲੇ ਉਹ ਜਾਂਚ ਹੀ ਕੰਪਲੀਟ ਨਹੀਂ ਹੋਈ, ਤੇ ਤੁਸੀਂ ਉਹਦਾ ਦੋਸ਼ੀ ਜੇ ਅਕਾਲੀ ਦਲ ਨੂੰ ਬਣਾਈ ਜਾਓ, ਤੇ ਹੁਣ ਕੀ ਹੋ ਰਿਹਾ ਤੁਹਾਡੇ ਸਾਹਮਣੇ? ਆ ਕਾਂਗਰਸ ਨੇ ਸਭ ਤੋਂ ਵੱਧ ਤੇ ਆਮ ਆਦਮੀ ਪਾਰਟੀ ਵਾਲੇ, ਇਹਨਾਂ ਨੇ ਗੰਦੀ ਰਾਜਨੀਤੀ ਕੀਤੀ ਸੀ ਨਾ। ਹੁਣ ਜਿਹੜੇ ਅਫਸਰ ਲਾਏ ਇਹਨਾਂ ਨੇ, ਹੁਣ ਦੱਸੋ ਵੀ ਕੀ ਗੱਲ ਆ? ਹੁਣ ਕਿਸ ਗੱਲ ਦੇ ਰੌਲੇ ਪੈਂਦੇ? ਇਹ ਤਾਂ ਹੁਣ ਵੀ ਕਹਿੰਦੇ ਆ, ਕਹਿੰਦੇ ਆਉਣ ਵਾਲੇ ਸਮੇਂ ਦੇਖੋ ਵੀ ਜੇ ਸੁਖਬੀਰ ਬਾਦਲ ਤੱਕ ਵੀ ਅੰਦਰ ਜਾਣਗੇ ਵੀ ਇਹਦੀ। ਮੈਂ ਕਹਿੰਦਾ ਕਹਿਣ ਦੀ ਤੇ ਗੱਲ ਆ, ਅਸੀਂ ਤੇ ਕਹਿੰਦੇ ਆ ਵੀ ਪਿਛਲੇ 5 ਸਾਲ ਨਿਕਲ ਗਏ ਉਹਨਾਂ ਦੇ। ਜੇ ਕੋਈ ਸਾਡੇ ਚੋਂ ਗਲਤ ਸੀਗਾ ਤੇ ਉਹਨੂੰ ਉਦੋਂ ਹੀ ਅੰਦਰ ਕਰ ਦਿੰਦੇ। ਕਿੰਨੇ ਰੋਕਿਆ ਸੀਗਾ? ਤੁਸੀਂ ਕਿੰਨੇ ਐਡਵੋਕੇਟ ਜਨਰਲ ਬਦਲ ਲਏ, ਕਿੰਨੇ ਡੀਜੀਪੀ ਬਦਲ ਲਏ, ਕਿੰਨਾ ਕੁਝ ਬਦਲਿਆ, ਤੇ ਕੀ ਦਿੱਕਤ ਸੀ? ਪਰ ਕਿਉਂਕਿ ਸੱਚਾਈ ਤੇ ਜਿਹੜਾ ਹੈਗਾ, ਤੁਸੀਂ ਜਿਹੜੇ ਉਹਨੂੰ ਕਾਗਜ਼ਾਂ ਦੇ ਵਿੱਚ, ਰਿਕਾਰਡ ਦੇ ਵਿੱਚ, ਹਕੀਕਤ ਦੇ ਵਿੱਚ ਝੂਠ ਨਹੀਂ ਬਣਾ ਸਕਦੇ। ਇਸ ਕਰਕੇ ਬੜੀ ਗੰਦੀ ਰਾਜਨੀਤੀ ਹੋਈ, ਤੁਸੀਂ ਵੋਟਾਂ ਬਟੋਰਦੇ ਰਹੇ, ਤੇ ਅੱਜ ਉਹੀ ਜਿਹੜੇ ਹੁਣ ਸੰਘਰਸ਼ ਕਰਨ ਵਾਲੇ ਉਹ ਇਹਨਾਂ ਨੂੰ ਗਾਲਾਂ ਕੱਢਦੇ। ਹੁਣ ਜਾ ਕੇ ਜਵਾਬ ਨਹੀਂ ਆਉਂਦਾ ਨਾ, ਜਦੋਂ ਕਹਿੰਦੇ ਟਾਈਮ ਦੇ ਦਿਓ। ਤੇ ਹੁਣ ਜਿੱਦਾਂ ਦੇ ਵਕੀਲ ਲਾਏ ਜਾ ਰਹੇ ਆ, ਹੁਣ ਇਹਨਾਂ ਨੂੰ ਜਵਾਬ ਨਹੀਂ ਆ ਰਿਹਾ ਵੀ ਹੁਣ ਕੌਣ ਜ਼ਿੰਮੇਵਾਰ ਆ? ਪਰ ਉਹ ਤਾਂ ਗੱਲ ਇਹ ਵੀ ਕਹਿੰਦੇ, ਉਹ ਕਹਿੰਦੇ ਜੀ ਅਣਪਛਾਤੀ ਪੁਲਿਸ ਤਾਂ ਤੁਹਾਡੀ ਸਰਕਾਰ ਨੇ ਕੀਤੀ ਸੀ। ਹਰੇਕ ਪੁਲਿਸ ਵਾਲੇ ਦਾ ਬੈਲਟ ਨੰਬਰ ਹੁੰਦਾ, ਸਾਰਾ ਕੁਝ ਹੁੰਦਾ ਜੀ, ਵੀ ਉਹ ਅਣਪਛਾਤੀ ਕਿਵੇਂ ਹੋ ਗਈ ਜੀ? ਜਦੋਂ ਇੱਕ ਵੱਡੀ ਗਿਣਤੀ 'ਚ ਕਿਸੇ ਥਾਂ ਦੇ ਉੱਤੇ ਪੁਲਿਸ ਤਾਇਨਾਤ ਹੁੰਦੀ ਹੈ, ਤੇ ਇਨਵੈਸਟੀਗੇਸ਼ਨ ਦਾ ਪਾਰਟ ਹੁੰਦਾ ਕਿ ਉਹਨੇ ਜਿਹੜਾ ਉਹ ਇੱਕ ਬੰਦਾ ਲੱਭ ਕੇ ਉਹਦਾ ਨਾਂ ਲਿਖਣਾ ਹੁੰਦਾ। ਇਨਵੈਸਟੀਗੇਸ਼ਨ ਦਾ ਪਾਰਟ ਜਿਹੜਾ ਹੁੰਦਾ ਉਹ ਇਮੀਡੀਏਟਲੀ ਨਾਲ ਕੋਈ 5 ਮਿੰਟ 'ਚ ਨਹੀਂ ਪੂਰਾ ਹੋ ਜਾਂਦਾ। ਰਿਪੋਰਟਾਂ ਹਮੇਸ਼ਾ ਹੀ ਤੁਸੀਂ ਦੇਖੋਗੇ ਐਫਆਈਆਰ 'ਚ ਇੱਦਾਂ ਹੀ ਲਿਖੀਆਂ ਜਾਂਦੀਆਂ ਨੇ। ਜਿਹੜੀ ਇਨਵੈਸਟੀਗੇਸ਼ਨ ਏਜੰਸੀ ਬਾਅਦ 'ਚ ਇਨਵੈਸਟੀਗੇਸ਼ਨ ਕਰਦੀ ਹੈ, ਕੋਈ ਹੋਵੇ ਸੀਬੀਆਈ ਹੋਵੇ ਦੂਜੀ ਹੋਵੇ, ਉਹਨੇ ਕੱਲਾ ਬੰਦਾ ਲੱਭ ਕੇ ਤੇ ਉਹਦਾ ਨਾਂ ਪਾਉਣਾ ਹੁੰਦਾ। ਆ ਤਾਂ ਹੁਣ ਅਸੀਂ ਵੀ ਡੈਮੋਨਸਟ੍ਰੇਸ਼ਨ ਕਰਦੇ ਨੇ, ਤੇ ਉਹ 500 ਬੰਦੇ ਨੇ, ਭੀੜ ਨੇ ਆਹ ਕੰਮ ਕੀਤਾ, ਉਹ ਲਿਖ ਕੇ ਐਫਆਈਆਰ ਕਰ ਦਿੰਦੇ ਆ। ਲੇਕਿਨ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਕਰਕੇ, ਪਹਿਚਾਣ ਕਰਕੇ ਕਿਹੜਾ ਇਸ ਟਾਈਮ ਇੱਥੇ ਡਿਊਟੀ 'ਤੇ ਸੀਗਾ, ਕਿਹਦੇ ਕੋਲੇ ਕਿਹੜਾ ਹਥਿਆਰ ਸੀਗਾ, ਉਹ ਬਾਅਦ 'ਚ ਉਹਨੂੰ ਕਰਦੇ ਆ, ਲੇਬਲ ਕਰਦੇ। ਉਹਦੇ 'ਚ ਬੰਦੇ ਬਾਅਦ 'ਚ ਹੋਏ ਲੇਬਲ, ਉਹਦੇ 'ਚ ਕੀ ਫਰਕ ਹੈ? ਤੁਹਾਨੂੰ ਕੀ ਲੱਗਦਾ ਵੀ ਫਿਰ ਜੇ ਤੁਸੀਂ ਕਹਿੰਦੇ ਹੋ ਤੁਸੀਂ ਹਰ ਪੱਖ ਤੋਂ ਤੁਸੀਂ ਸਪਸ਼ਟੀਕਰਨ ਦਿੰਦੇ ਹੋ, ਪਰ ਬਹੁਤ ਲੋਕ ਤਾਂ ਇਹ ਵੀ ਕਹਿੰਦੇ ਆ ਵੀ ਸਪਸ਼ਟੀਕਰਨ ਨਾਲੋਂ ਤਾਂ ਬਲਕਿ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀਆਂ ਗਲਤੀਆਂ ਦੀ ਮੁਆਫੀ ਮੰਗ ਕੇ ਸੰਗਤ ਤੋਂ, ਸੁਖਬੀਰ ਬਾਦਲ ਤੇ ਮਜੀਠੀਆ ਨੂੰ ਕਹਿੰਦੇ ਵੀ ਪਾਰਟੀ ਚੋਂ ਜੇ ਪਿੱਛੇ ਕਰ ਲਵੇ ਤਾਂ ਬਹੁਤ ਕੁਝ ਹੋ ਸਕਦਾ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਆਪਣੇ ਆਗੂ ਵੀ ਜੀ ਜਲੰਧਰ ਕਾਨਫਰੰਸਾਂ ਕਰਦੇ ਰਹੇ ਆ ਜੀ। ਦੇਖੋ ਨਾ, ਕਿਹੜੀ ਪਾਰਟੀ ਦਾ ਕਿਹੜਾ ਲੀਡਰ ਹੁੰਦਾ ਸਾਨੂੰ ਦੂਜੇ ਦੱਸ ਆ। ਹੁਣ ਦੂਜਿਆਂ ਦੀ ਗੱਲ ਮੰਨ ਕੇ ਤੁਸੀਂ ਪਾਰਟੀ ਚਲਾ ਲਓਗੇ? ਇਸੇ ਕਰਕੇ ਤੇ ਲੀਡਰ ਨੂੰ ਟਾਰਗੇਟ ਕਰਦੇ ਹੋ। ਇੰਨੇ ਸਾਲ ਅਕਾਲੀ ਲੀਡਰਸ਼ਿਪ ਨੂੰ ਕਾਂਗਰਸ ਨੇ ਟਾਰਗੇਟ ਕੀਤਾ। ਇਹਨਾਂ ਨੇ ਆਉਂਦਿਆਂ ਸਾਰੀ ਉਹੀ ਇਹਨਾਂ ਨੇ ਆ ਕੇ ਸਾਡੀ ਲੀਡਰਸ਼ਿਪ ਨੂੰ ਟਾਰਗੇਟ ਕਰਨਾ ਸ਼ੁਰੂ ਕੀਤਾ। ਹੁਣ ਪਾਰਟੀ ਇਹ ਕਿੱਦਾਂ ਮੰਨ ਲਵੇ ਪਈ ਜਿਹੜੀ ਆ ਪਾਰਟੀ ਤਾਂ ਮੈਂ ਚਲਾਉਣੀ ਹੈ, ਤੇ ਪ੍ਰਧਾਨ ਜਿਹੜਾ ਮੇਰਾ ਵਿਰੋਧੀ ਕਹਿੰਦਾ ਮੈਂ ਉਹਨੂੰ ਕਹਾਂ ਵੀ ਉਹ ਤੁਸੀਂ ਬਣਾ ਲਓ? ਇਹ ਜਾਇਜ਼ ਹੁੰਦਾ? ਪਰ ਉਹ ਤਾਂ ਸ਼੍ਰੋਮਣੀ ਅਕਾਲੀ ਕਈ ਗੱਲਾਂ ਤਾਂ ਮੀਡੀਆ ਨੂੰ ਵੀ ਜਿਹੜੀਆਂ ਉਹਨਾਂ ਤੋਂ ਪੁੱਛਣੀਆਂ ਚਾਹੀਦੀਆਂ ਵੀ ਤੁਹਾਨੂੰ ਤਾਂ ਫਾਇਦਾ ਜੇ ਉਹਨਾਂ ਦੇ ਲੀਡਰ ਦੀ ਰੈਪੂਟੇਸ਼ਨ ਮਾੜੀ ਹੈ। ਸਾਡੇ ਕਿਸੇ ਲੀਡਰ ਦੇ ਵਿੱਚ ਬਹੁਤ ਵੱਡੇ ਨੁਕਸ ਨੇ, ਤੇ ਉਹਨਾਂ ਨੂੰ ਕੱਢਣ ਦੀ ਕੀ ਲੋੜ ਆ? ਜੇ ਮੇਰੇ ਸਾਹਮਣੇ ਜਿਹੜੀ ਪਾਰਟੀ ਹੈ ਉਹਦਾ ਲੀਡਰ ਬਹੁਤ ਮਾੜਾ, ਉਹਦੀ ਛਵੀ ਮਾੜੀ ਹੈ, ਤੇ ਇਹ ਤਾਂ ਬੈਨੀਫਿਟ ਹੈ। ਮੈਂ ਤਾਂ ਧੰਨਵਾਦ ਕਰੂੰਗਾ ਉਹਦੀ ਪਾਰਟੀ ਦਾ ਵੀ ਚੰਗੀ ਗੱਲ ਹੈ ਵੀ ਤੁਸੀਂ ਇਹਨੂੰ ਹੀ ਰੱਖੋ, ਵੀ ਇਹ ਰਵੇ ਤੇ ਮੈਨੂੰ ਫਾਇਦਾ। ਪਰ ਭਗਵੰਤ ਮਾਨ ਤਾਂ ਲਗਾਤਾਰ ਇਹ ਕਹਿ ਰਹੇ ਜੀ, ਉਹ ਕਹਿੰਦੇ ਪ੍ਰਾਊਡ ਟੂ ਬੀ ਅਕਾਲੀ ਦੇ ਇੱਕ ਬਹੁਤ ਸਟicker ਚੱਲੇ ਕਰਦੇ ਜੀ, ਅੱਜ ਕੱਲ੍ਹ ਕਿਤੇ ਨਹੀਂ ਲੱਭਦਾ ਕਹਿੰਦੇ ਜੀ। ਦੇਖੋ ਰਾਜਨੀਤੀ ਦੇ ਵਿੱਚ ਉਤਰਾਅ ਚੜਾਅ ਆਉਂਦੇ ਆ, ਫਿਰ ਇਲੈਕਸ਼ਨ ਆਏਗੀ, ਫਿਰ ਸਟicker ਆਉਣਗੇ, ਫਿਰ ਝੰਡੇ ਆਉਣਗੇ, ਠੀਕ ਨਾ, ਸਭ ਕੁਝ ਫਿਰ ਆਏਗਾ। ਇਸ ਕਰਕੇ ਇਲੈਕਸ਼ਨਾਂ ਦੇ ਵਿੱਚ ਮੁਹਿੰਮਾਂ ਹੁੰਦੀਆਂ ਨੇ। ਕੋਈ ਅਕਾਲੀ ਦਲ ਨੇ ਪਹਿਲੀ ਇਲੈਕਸ਼ਨ ਨਹੀਂ ਲੜੀ ਤੇ ਕੋਈ ਲਾਸਟ ਇਲੈਕਸ਼ਨ ਨਹੀਂ ਲੜੀ। 101 ਸਾਲ 'ਚ ਅਕਾਲੀ ਦਲ ਨੇ ਬਹੁਤ ਮਾੜੇ ਤੋਂ ਮਾੜਾ ਸਮਾਂ ਵੀ ਦੇਖਿਆ, ਚੰਗੇ ਤੋਂ ਚੰਗਾ ਸਮਾਂ ਵੀ ਦੇਖਿਆ। ਇਸ ਕਰਕੇ ਇਹ ਜਿਹੜਾ ਜਿੱਤਣਾ, ਹਾਰਨਾ, ਨੀਚੇ ਆਉਣਾ, ਉੱਪਰ ਜਾਣਾ, ਇਹ ਜ਼ਿੰਦਗੀ ਦਾ ਇੱਕ ਪੜਾਅ ਦਾ ਤੁਹਾਡਾ ਹਿੱਸਾ ਹੁੰਦਾ। ਉੱਥੇ ਇਹ ਹੈ ਕਿ ਤੁਸੀਂ ਜਿਹੜਾ ਹੈਗਾ ਜਿਹੜੀ ਅੱਗੋਂ ਫਿਰ ਸਿਸਟਮ ਨੂੰ ਸੁਧਾਰ ਕੇ ਆਪਣੇ ਆਪ ਨੂੰ ਤਗੜਾ ਕਰਕੇ ਫਿਰ ਅਗਲੇ ਦੁਬਾਰਾ ਲੜਾਈ 'ਚ ਜਾਂਦੇ ਹੋ। ਇਹ ਡੈਮੋਕ੍ਰੇਸੀ ਦਾ ਪਾਰਟ ਹੈ, ਇਹਦੇ 'ਚ ਕੋਈ ਬਹੁਤੀ ਸੋਚਣ ਵਾਲੀ ਗੱਲ ਨਹੀਂ ਹੈ।
ਫਿਰ ਜਿਹੜੀ ਪਾਰਟੀ ਇੱਕ ਵਾਰੀ ਪਿੱਛੇ ਚਲੇ ਗਈ ਉਹ ਦੁਬਾਰਾ ਨਹੀਂ ਆਉਣੀ। ਕਿਸੇ ਟਾਈਮ ਤੇ ਕਾਂਗਰਸ ਦੀ ਤੋਤੀ ਬੋਲਦੀ ਸੀ ਦੇਸ਼ 'ਚ, ਹੁਣ ਕਾਂਗਰਸ ਕਿੱਥੇ ਹੈ? ਕਿਸੇ ਟਾਈਮ ਤੇ ਬੀਜੇਪੀ ਦੀਆਂ 2 ਸੀਟਾਂ ਰਹਿ ਗਈਆਂ ਸੀ ਤੇ ਹੁਣ ਬੀਜੇਪੀ ਦੀ 300 ਤੋਂ ਵੱਧ ਸੀਟ ਪਾਰਲੀਮੈਂਟ ਲਈ ਬੈਠੀ ਹੈ। ਇਸ ਕਰਕੇ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਪਹਿਲਾਂ ਹਰਿਆਣੇ ਦੇ ਵਿੱਚ ਹੋਰ ਸਰਕਾਰਾਂ ਸੀਗੀਆਂ, ਹੁਣ ਹੋਰ ਆ ਗਈਆਂ। ਬੀਜੇਪੀ ਤਾਂ ਹੁਣ ਹੀ ਬਣੀ 2 ਵਾਰੀ, ਅੱਜ ਤੋਂ ਪਹਿਲਾਂ ਕਦੀ ਬੀਜੇਪੀ ਦੀ ਸਰਕਾਰ ਨਹੀਂ ਰਹੀ ਸੀ। ਇਸ ਕਰਕੇ ਤਬਦੀਲੀਆਂ ਸਮੇਂ ਦੇ ਨਾਲ ਆਉਂਦੀਆਂ ਨੇ ਔਰ ਰਾਜਨੀਤੀ ਚੱਲਦੀ ਇਸੇ ਤਰੀਕੇ। ਪਰ ਤੁਸੀਂ ਗਲਤੀਆਂ ਕਿਹਨੂੰ ਮੰਨਦੇ ਹੋ ਜੀ? ਵੀ ਆਪਾਂ ਨੇ ਇੰਨਾ, ਤੁਸੀਂ ਕਹਿੰਦੇ ਡਿਵੈਲਪਮੈਂਟ ਵੀ ਕੀਤੀ, ਸਾਰਾ ਕੁਝ ਕੀਤਾ, ਲੋਕ ਵੀ ਕਹਿੰਦੇ ਆ ਹਾਲਾਂਕਿ ਵੀ ਬਹੁਤ ਕੁਝ ਕੀਤਾ, ਪਰ ਤੁਸੀਂ ਗਲਤੀ ਕਿਹਨੂੰ ਮੰਨਦੇ ਹੋ ਜੀ 2017 ਤੇ 22 ਦੇ ਵਿੱਚ ਹਾਰ ਦੀ? ਨਹੀਂ ਦੇਖੋ, ਗੱਲ ਇਹ ਹੈ ਕਿ ਹਾਰ ਜਿੱਤ ਇਕੱਲੀ ਗਲਤੀ ਕਰਕੇ ਨਹੀਂ ਹੁੰਦੀ। ਇਹ ਨਹੀਂ ਹੁੰਦਾ ਕਿ ਬੰਦਾ ਪਰਫੈਕਟ ਹੈ, ਕੋਈ ਵੀ ਸਰਕਾਰ ਪਰਫੈਕਟ ਨਹੀਂ ਹੁੰਦੀ। ਬਹੁਤ ਖਾਮੀਆਂ ਰਹਿ ਜਾਂਦੀਆਂ ਨੇ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਕਰਨੀਆਂ ਚਾਹੁੰਦੇ ਉਹ ਰਹਿ ਜਾਂਦੀਆਂ ਨੇ, ਉਹ ਮੰਨਣ ਦੇ ਵਿੱਚ ਕੋਈ ਹਰਜ ਨਹੀਂ ਹੁੰਦਾ। ਅਸੀਂ ਸਾਜ਼ਿਸ਼ ਜਿਹੜੀ ਰਚੀ ਗਈ ਸਾਡੇ ਖਿਲਾਫ ਲਗਾਤਾਰ ਕਾਂਗਰਸ ਤੇ ਇਹਨਾਂ ਵੱਲੋਂ ਇੱਕ ਸਿਸਟਮੈਟਿਕ ਤਰੀਕੇ ਦੇ ਨਾਲ ਜਿਹੜਾ ਕੂੜ ਪ੍ਰਚਾਰ ਕੀਤਾ ਗਿਆ, ਉਹਦਾ ਰੋਲ ਪਲੇ ਇੱਕ ਸਾਰੇ ਜਿਹੜਾ ਐਸਟੈਬਲਿਸ਼ ਸਿਸਟਮ ਸੀ ਪਾਰਟੀਆਂ ਦਾ, ਉਹਨੂੰ ਡੈਮੇਜ ਕਰਨ ਵਾਸਤੇ। ਦੇਖੋ, ਕੇਜਰੀਵਾਲ ਸਭ ਤੋਂ ਵੱਡਾ ਇਹਨਾਂ ਦਾ ਸੂਤਰਧਾਰ ਸੀ ਇਸ ਸਾਜ਼ਿਸ਼ ਦੇ ਵਿੱਚ। ਉਹਨੇ ਕਿਸੇ ਲੀਡਰ ਨੂੰ ਬਦਨਾਮ ਕਰਨ ਵਾਸਤੇ ਕੋਈ ਵੀ ਇਹੋ ਜਿਹੀ ਲਿਮਿਟ ਨਹੀਂ ਜਿਹੜੀ ਕ੍ਰਾਸ ਨਹੀਂ ਕੀਤੀ, ਔਰ ਉਹਨੇ ਇੱਕੋ ਇੱਕ ਮੁੱਖ ਮੰਤਰੀ ਹੈ ਜਿਹਨੇ ਕਿੰਨੇ ਲੀਡਰਾਂ ਕੋਲੋਂ ਦੇਸ਼ 'ਚ ਲਿਖਤੀ ਮਾਫੀ ਮੰਗੀ। ਮਤਲਬ ਦੇਖੋ, ਛੋਟੀ ਜਿਹੀ ਗੱਲ ਨਹੀਂ ਨਾ। ਤੁਸੀਂ ਕ੍ਰੈਡੀਬਿਲਿਟੀ ਦੇਖੋ ਤੁਹਾਡੀ ਕੀ ਹੁੰਦੀ। ਵੀ ਤੁਸੀਂ ਸਟੇਜਾਂ ਦੇ ਉੱਤੇ ਗੱਲਾਂ ਕਹੀਆਂ, ਤੁਸੀਂ ਇਸ਼ਤਿਹਾਰ ਲਾਏ ਬੰਦਿਆਂ ਦੇ ਖਿਲਾਫ, ਤੁਸੀਂ ਐਡਵਰਟਾਈਜ਼ਮੈਂਟ ਦਿੱਤੀਆਂ ਤੇ ਤੁਸੀਂ ਅਦਾਲਤ 'ਚ ਖੜ੍ਹ ਕੇ ਹੱਥ ਜੋੜ ਕੇ ਤੇ ਮਾਫੀ ਮੰਗੀ ਉਹਨਾਂ ਕੋਲੋਂ। ਫਿਰ ਕਿ ਕੌਣ ਗਲਤ ਸੀ? ਇਹ ਮੰਨੀਏ ਜੀ ਵੀ ਸ਼੍ਰੋਮਣੀ ਅਕਾਲੀ ਦਲ ਕੋਲ ਇੰਨੇ ਤਜਰਬੇਕਾਰ ਲੀਡਰ ਨਹੀਂ ਨੇ ਜਿਹੜੇ ਇਹਨਾਂ ਦੀ ਸਾਜ਼ਿਸ਼ ਨੂੰ ਡੈਮੇਜ ਕਰ ਸਕਣ ਜੀ, ਜਾਂ ਤੁਹਾਡਾ ਤਜਰਬਾ ਫਿਰ ਘੱਟ, ਜਾਂ ਉਹ ਬਾਅਦ ਦੇ ਵਿੱਚ ਆ ਕੇ ਵੀ ਤੁਹਾਨੂੰ ਫੇਲ ਕਰ ਜਾਣ ਜੀ? ਨਹੀਂ, ਤੁਸੀਂ ਕਿੱਦਾਂ ਖੁਸ਼ ਹੁੰਦੇ ਹੋ? ਮੈਂ ਉਹਦਾ ਕਹਿ ਦੇਣਾ। ਨਹੀਂ, ਅਸੀਂ ਖੁਸ਼ ਤਾਂ ਨਹੀਂ ਮੈਂ ਹੁੰਦਾ ਜੀ, ਮੈਂ ਤਾਂ ਇੱਕ ਸਵਾਲ ਕਰਨੇ ਜੀ। ਮੈਂ ਤੇ ਤੁਹਾਡਾ ਵੀ ਤਜਰਬਾ ਚੀਮਾ ਸਾਹਿਬ ਤੁਹਾਡੇ 'ਚ ਬਹੁਤ ਵੱਡੇ। ਮੈਂ ਤੇ ਤੁਹਾਨੂੰ ਖੁਸ਼ ਕਰਨਾ ਚਾਹੁੰਦਾ ਵੀ ਤੁਸੀਂ ਕਿੱਦਾਂ ਖੁਸ਼ ਹੁੰਦੇ, ਮੈਂ ਉਹਦਾ ਕਹਿ ਦੇਣਾ। ਚੀਮਾ ਦੇਖੋ, ਲੋਕਾਂ ਦਾ ਹੀ, ਮੈਂ ਤੇ ਲੋਕਾਂ ਦੇ ਸਵਾਲ ਰੱਖਣਾ। ਮੈਂ ਤੁਹਾਡੇ ਨਾਲ ਬਣਾ ਕੇ ਰੱਖਣੀ ਆ ਕਿਉਂਕਿ ਮੈਨੂੰ ਤੁਹਾਡੀ ਲੋੜ ਵੱਧ ਆ। ਨਹੀਂ ਸਾਡੇ, ਅਸੀਂ ਤਾਂ ਜੀ ਤੁਸੀਂ ਜੋ ਨਾਰਾਜ਼ ਹੋ ਜੇ, ਤੁਸੀਂ ਕਿੱਦਾਂ ਖੁਸ਼ ਹੋ, ਜਿੱਦਾਂ ਤੁਸੀਂ ਖੁਸ਼ ਹੋ ਮੈਂ ਉਸ ਤਰੀਕੇ ਹੀ ਕਹਿ ਦਿੰਦਾ ਵੀ ਚਲੋ ਜਿਹੜਾ ਜਿਹਦੇ 'ਚ ਤੁਹਾਡੀ ਗੱਲ ਬਣੇ। ਵੀ ਥੜੀ ਸਾਹਿਬ ਨੇ ਇੰਟਰਵਿਊ ਲਈ ਹੈ ਤੇ ਵੱਟ ਕੱਢ ਦਿੱਤੇ, ਕਿਉਂਕਿ ਮੈਂ ਲੌਜੀਕਲੀ ਗੱਲ ਕਰਦਾ ਹੁੰਦਾ। ਮੈਂ ਕੋਈ ਨਾ ਤਾਂ ਜੋਤਸ਼ੀ ਆ ਕਿ ਭਵਿੱਖਬਾਣੀ ਕਰਾਂ, ਨਾ ਮੈਂ ਕਦੀ ਤੱਥਾਂ ਨੂੰ ਤੋੜ ਮਰੋੜ ਕੇ ਬਹੁਤੀ ਗੱਲ ਕਰਦਾ। ਇਸ ਕਰਕੇ ਮੈਂ ਕਹਿੰਦਾ ਨਾ ਕਿ ਹਰ ਵੇਲੇ ਤੁਸੀਂ ਕਹੀ ਜੋ ਵੀ ਕਮਜ਼ੋਰੀਆਂ ਨਹੀਂ ਹੁੰਦੀਆਂ। ਇਹ ਇੱਕ ਲਗਾਤਾਰ ਇੱਕ ਕੰਮ ਹੈ ਰਾਜਨੀਤੀ ਦੇ ਵਿੱਚ। 100% ਲੋਕਾਂ ਨੂੰ ਤੁਸੀਂ ਕਦੀ ਵੀ ਸੰਤੁਸ਼ਟ ਨਹੀਂ ਕਰ ਸਕਦੇ। ਤੁਸੀਂ ਇਹ ਨਹੀਂ ਦੇਖਦੇ ਕਿ 70-75 ਸਾਲਾਂ ਦੇ ਵਿੱਚ 10 ਸਾਲ ਕਿਹੜੀ ਸਰਕਾਰ ਚੱਲੀ? ਮੈਨੂੰ ਹੁਣ ਤੁਸੀਂ ਦੱਸੋ, ਆਪਣੇ ਮੂੰਹ ਤੋਂ ਦੱਸੋ, ਤੁਸੀਂ ਬੋਲਦੇ ਨਹੀਂ ਕਦੀ। ਬਿਲਕੁਲ ਤੁਹਾਡੀ ਚੱਲੀ ਇੱਕੋ ਚੱਲੀ ਨਾ 10 ਸਾਲਾਂ ਦੇ ਵਿੱਚ। ਕਿਉਂ ਚੱਲੀ? ਨਹੀਂ ਤਾਂ ਕਿੰਨੀਆਂ ਸਰਕਾਰਾਂ ਆਈਆਂ ਹੋਣਗੀਆਂ, ਕਿੱਡੇ ਵੱਡੇ ਵੱਡੇ ਤਜਰਬੇਕਾਰ ਮੁੱਖ ਮੰਤਰੀ ਆਏ, ਕੋਈ ਵੀ ਮੁੱਖ ਮੰਤਰੀ 5 ਸਾਲ ਤੋਂ ਵੱਧ ਸਮਾਂ ਨਹੀਂ ਪੂਰਾ ਕਰ ਸਕਿਆ। ਕਿੰਨੇ ਬੰਦੇ ਆ ਪੰਜਾਬ ਦੇ ਵਿੱਚ ਜਿਹੜੇ 20 ਸਾਲ ਤੋਂ ਵੱਧ ਮੁੱਖ ਮੰਤਰੀ ਰਹੇ ਆ? ਤੁਸੀਂ ਨਾ ਦੱਸੋ, ਇੱਕੋ ਹੀ ਹੈ ਨਾ। ਤੇ ਜੇ ਲੋਕਾਂ ਨੇ ਬਣਾਇਆ ਤੇ ਕੋਈ ਗੁਣ ਦੇਖੇ ਹੀ ਹੋਣਗੇ, ਤੇ ਜਿਹਦੇ ਗੁਣ ਦੇਖੇ ਹੁੰਦੇ ਉਹ ਇੰਨਾ ਬੇਗੁਣਾ ਨਹੀਂ ਹੋ ਜਾਂਦਾ। ਲੇਕਿਨ ਨਵੇਂ ਤਜਰਬੇ ਹੁੰਦੇ ਆ ਰਾਜਨੀਤੀ ਦੇ ਵਿੱਚ, ਨਵੀਂ ਜਨਰੇਸ਼ਨ ਆਉਂਦੀ ਹੈ, ਨਵੇਂ ਇਸ਼ੂ ਬਣਦੇ ਆ, ਉਹਦੇ 'ਚ ਕਿਸੇ ਵੇਲੇ ਝੂਠ ਚੱਲ ਜਾਂਦਾ, ਕਿਸੇ ਵੇਲੇ ਤੂਫਾਨ ਚੱਲ ਜਾਂਦਾ, ਕਿਸੇ ਵੇਲੇ ਰਿਐਲਿਟੀ ਚੱਲ ਜਾਂਦੀ ਹੈ। ਇਹ ਚੀਜ਼ਾਂ ਸਮੇਂ ਦੇ ਵਿੱਚ ਤਬਦੀਲੀ ਮੋੜ ਆਉਂਦਾ ਰਹਿੰਦਾ। ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਮੁੱਦੇ ਜਿਹੜੇ ਉਹ ਪੰਜਾਬ ਦੇ ਉਭਾਰੇ ਜਾਣਗੇ ਜੀ? ਚਲੋ ਇਹ ਬੇਰੁਜ਼ਗਾਰੀ ਵਗੈਰਾ ਤਾਂ, ਪਰ ਲੋਕ ਇਹ ਕਹਿੰਦੇ ਨੇ ਵੀ ਪੰਜਾਬ ਦੀ ਹੋਂਦ ਦੀ ਗੱਲ ਸਿਰਫ ਇੱਕੋ ਇੱਕ ਪਾਰਟੀ ਕਰਦੀ ਸੀ। ਉਹਨਾਂ ਵੀ ਪੰਜਾਬੀ ਬੋਲਦੇ ਹਲਕਿਆਂ ਦੀ ਗੱਲ ਜੀ, ਇਲਾਕਿਆਂ ਦੀ ਗੱਲ, ਜਾਂ SYL ਪੰਜਾਬ ਦੇ ਪਾਣੀਆਂ ਦੀ ਗੱਲ ਵੀ ਛੱਡੀ ਆ, ਕਿਤੇ ਨਾ ਕਿਤੇ ਮੰਗ ਛੁੱਟੀ ਹੈ ਅਕਾਲੀ ਦਲ ਤੋਂ ਵੀ। ਪਰ ਅਕਾਲੀ ਦਲ ਨੂੰ ਉਹ ਮੰਨਦੇ ਆ ਵੀ ਇਹੀ ਇੱਕੋ ਇੱਕ ਖੇਤਰੀ ਪਾਰਟੀ ਹੈ ਜੀ, ਪਰ ਮੰਗ ਕਿਉਂ ਛੁੱਟੀ ਹੈ? ਦੇਖੋ, ਮੈਨੂੰ ਇਸ ਗੱਲ 'ਤੇ ਬੜੀ ਹੈਰਾਨੀ ਹੁੰਦੀ ਹੈ ਕਿ ਤੁਸੀਂ ਇਹ ਕਿਉਂ ਭੁੱਲਦੇ ਹੋ ਕਿ ਇੱਕ ਮੁੱਖ ਮੰਤਰੀ ਪੰਜਾਬ 'ਚ ਇਹੋ ਜਿਹਾ ਵੀ ਆਇਆ, ਪਹਿਲਾਂ ਵੀ ਆਇਆ। ਉਦੋਂ 1982 ਦੇ ਵਿੱਚ ਜਿਹਨੇ ਇੰਦਰਾ ਗਾਂਧੀ ਦੇ ਕਹਿਣ ਦੇ ਉੱਤੇ ਸੁਪਰੀਮ ਕੋਰਟ 'ਚੋਂ ਕੇਸ ਵਾਪਸ ਲਿਆ ਤੇ ਸਾਡਾ SYL ਦਾ ਕੇਸ ਜਿਹੜਾ ਖਰਾਬ ਹੋਇਆ, ਸਰਦਾਰ ਦਰਬਾਰਾ ਸਿੰਘ। ਇੱਕ ਮੁੱਖ ਮੰਤਰੀ ਹੁਣ ਆਇਆ ਜਿਹਨੇ ਚੰਡੀਗੜ੍ਹ ਦੇ ਉੱਤੇ ਆਪਣਾ ਕਲੇਮ ਖਤਮ ਕਰ ਦਿੱਤਾ ਕੇਜਰੀਵਾਲ ਦੇ ਕਹਿਣ ਦੇ ਉੱਤੇ, ਕਿ ਜਿਸ ਦਿਨ ਦੇਸ਼ ਦੇ ਗ੍ਰਹਿ ਮੰਤਰੀ ਨੇ ਜਿਹੜੀ ਸਟੇਟਮੈਂਟ ਦਿੱਤੀ ਕਿ ਹਰਿਆਣੇ ਨੂੰ ਵੱਖਰੀ ਕਮੇਟੀ ਵਾਸਤੇ ਜਗ੍ਹਾ ਦਿਆਂਗੇ, ਤੇ ਉਹਨੇ ਨਾਲ ਦੀ ਨਾਲ ਸ਼ਾਮ ਨੂੰ ਜਿਹੜੀ ਹੈ ਸਟੇਟਮੈਂਟ ਦਿੱਤੀ ਕਿ ਸਾਨੂੰ ਵੀ ਜਗ੍ਹਾ ਦਿੱਤੀ ਜਾਵੇ। ਜਿਹਨੇ ਆਪਣੀ ਵਿਧਾਨ ਸਭਾ 'ਤੇ ਕਲੇਮ ਛੱਡ ਦਿੱਤਾ, ਜਿਹਨੇ ਆਪਣੀ ਹਾਈ ਕੋਰਟ ਦੇ ਉੱਤੇ ਕਲੇਮ ਛੱਡ ਦਿੱਤਾ, ਤੁਸੀਂ ਉਹਦੀ ਗੱਲ ਕਿਉਂ ਨਹੀਂ ਕਰਦੇ? ਆਪਾਂ ਤਾਜ਼ੀਆਂ ਗੱਲਾਂ, ਤਾਜ਼ੇ ਬਲੰਡਰ, ਤਾਜ਼ੇ ਧੋਖੇ, ਤਾਜ਼ੇ ਵਿਸ਼ਵਾਸਘਾਤ, ਜਿਹੜਾ ਇਸ ਵੇਲੇ ਸਿਰਫ ਹਰਿਆਣੇ ਦੀ ਇਲੈਕਸ਼ਨ ਨੂੰ ਮੁੱਖ ਰੱਖਦਿਆਂ ਹੋਇਆ ਕੇਜਰੀਵਾਲ ਦੇ ਦਬਾਅ 'ਚੋਂ
92 ਚੋਂ ਇੱਕ ਮੈਨੂੰ ਐਮਐਲਏ ਦੱਸ ਦਿਓ ਜਿਹੜਾ ਬੋਲਿਆ ਹੋਵੇ ਇਹਦੇ ਖਿਲਾਫ ਵੀ ਇਹ ਤੁਸੀਂ ਪੰਜਾਬ ਦਾ ਚੰਡੀਗੜ੍ਹ ਜਿਹੜਾ ਹੈਗਾ ਇਹਦੇ ਤੇ ਸਮਝੌਤਾ ਕਰ ਰਹੇ ਹੋ ਸਾਡੀ ਰਾਜਧਾਨੀ ਤੇ। 92 ਚੋਂ ਮੈਨੂੰ ਇੱਕ ਨਾਂ ਦੱਸ ਦਿਓ ਕਿ ਇੱਕ ਵੀ ਬੰਦਾ ਜਿਹਨੇ ਇਸ ਗੱਲ ਤੇ ਸਟੈਂਡ ਲਿਆ ਹੋਵੇ ਕਿ ਸਾਡੇ ਮੁੱਖ ਮੰਤਰੀ ਨੇ ਗਲਤ ਕਿਹਾ ਹੋ। ਕੀ ਲੱਗਦਾ ਕਿਉਂ ਨਹੀਂ ਬੋਲੇ ਜੀ? 92 ਦੇ ਵਿੱਚੋਂ ਇੱਕ ਐਮਐਲਏ ਤੇ ਇੱਕ ਦੋ ਤਾਂ ਇਹ ਵੀ ਹੈ ਵੀ ਜਿਹੜੇ ਅਕਾਲੀ ਦਲ ਚੋਂ ਇਹਨਾਂ ਦੇ ਵਿੱਚ ਸ਼ਾਮਲ ਹੋਏ ਸੀ ਉਹਨਾਂ 'ਚ ਤਾਂ ਉਹ ਖੂਨ ਹੋਣਾ ਚਾਹੀਦਾ ਜਿਹੜਾ ਮਤਲਬ ਕਿ ਜੇ ਤੁਸੀਂ ਕਹਿੰਦੇ ਹੋ ਵੀ ਅਕਾਲੀ ਦਲ ਇੱਕ ਸੱਚ ਦੀ ਪਾਰਟੀ ਸੀਗੀ, ਉਹ ਵੀ ਚੁੱਪ ਨੇ ਜੀ ਫਿਰ। ਨਹੀਂ, ਜੇ ਉਹਨਾਂ ਚੋਂ ਖੂਨ ਹੁੰਦਾ ਜਾਂਦਾ ਹੀ ਨਾ। ਕਾਰਨ ਸਪਸ਼ਟ ਹੈ ਕਿ ਹਰਿਆਣਾ ਦੀ ਇਲੈਕਸ਼ਨ ਹੈਗੀ ਹੈ, ਕੇਜਰੀਵਾਲ ਨੂੰ ਹਰਿਆਣੇ ਦੇ ਤੇ ਦਿੱਲੀ ਦੇ ਹਿੱਤ ਪਿਆਰੇ। ਉਹਨੇ ਦਬਕਾ ਮਾਰਿਆ ਇਹਨਾਂ ਨੂੰ ਕਿ ਜੇ ਗ੍ਰਹਿ ਮੰਤਰੀ ਨੇ ਹਰਿਆਣੇ ਨੂੰ ਜ਼ਮੀਨ ਦੇਣ ਦੀ ਗੱਲ ਕੀਤੀ ਹੈ ਤੇ ਜੇ ਤੁਸੀਂ ਇਹਦਾ ਵਿਰੋਧ ਕੀਤਾ ਸਾਨੂੰ ਹਰਿਆਣੇ 'ਚ ਨੁਕਸਾਨ ਹੋਊਗਾ। ਕਾਰਨ ਬੜਾ ਸਪਸ਼ਟ ਹੈ। 92 ਦੇ ਵਿੱਚੋਂ ਮੈਂ ਸਮਝਦਾ ਇੱਕ ਵੀ ਐਮਐਲਏ ਇਹੋ ਜਿਹਾ ਨਹੀਂ ਨਿਕਲਿਆ ਕਿ ਜਿਹਨੇ ਐਡਾ ਵੱਡਾ, ਤੁਸੀਂ ਚੰਡੀਗੜ੍ਹ ਦੇ ਇਸ਼ੂ ਦੀ ਗੱਲ ਕੀਤੀ ਹੈ, ਐਡਾ ਵੱਡਾ ਸਾਡੇ ਸਾਹਮਣੇ ਵਿਸ਼ਵਾਸਘਾਤ ਹੋ ਰਿਹਾ। ਆਪਾਂ ਅੱਖਾਂ ਬੰਦ ਕਰੀ ਬੈਠੇ। ਪੰਜਾਬ ਦੀ ਜਨਤਾ ਨੂੰ ਪੁੱਛਣਾ ਚਾਹੀਦਾ, ਤੁਹਾਨੂੰ ਮੀਡੀਆ ਨਹੀਂ ਪੁੱਛਣਾ ਚਾਹੀਦਾ। ਤਾਂ ਰੋਜ਼ ਜਾਣਾ ਚਾਹੀਦਾ ਕਿ ਤੁਸੀਂ ਹਾਲੇ ਮੈਂ 5 ਵਾਰੀ ਸਟੇਟਮੈਂਟ ਦਿੱਤੀ, ਉਸ ਤੋਂ ਬਾਅਦ ਜਾ ਕੇ ਅਸੀਂ ਗਵਰਨਰ ਨੂੰ ਮਿਲ ਕੇ ਆਏ, ਐਡਾ ਲੰਮਾ ਚੌੜਾ ਇੱਥੇ ਪ੍ਰੋਟੈਸਟ ਕੀਤਾ। ਪਰ ਤੁਸੀਂ ਜਿਹੜੇ ਹੈਗਾ ਉਹਨੂੰ ਪੁੱਛੋ ਤਾਂ ਸਹੀ ਨਾ ਮੁੱਖ ਮੰਤਰੀ ਨੂੰ ਵੀ ਤੇਰੀ ਸਟੇਟਮੈਂਟ ਹੈ, ਤੂੰ ਆਪਣੀ ਜ਼ਮੀਨ ਦੇ ਉੱਤੋਂ ਮਾਲਕ ਹੁੰਦਿਆਂ ਹੋਇਆਂ ਉਹਨਾਂ ਤੋਂ ਕਹਿ ਰਿਹਾ ਕਿ ਮੈਨੂੰ ਵੀ ਇੱਥੇ ਵਿਧਾਨ ਸਭਾ ਵਾਸਤੇ ਜ਼ਮੀਨ ਦਿਓ, ਤੇ ਇਹ ਕਿਹਦੇ ਕਹਿਣ ਦੇ ਉੱਤੇ ਤੂੰ ਕਹਿ ਰਿਹਾ? ਤੇਰੀ ਕੀ ਮਜਬੂਰੀ ਹੈ? ਪਰ ਉਹ ਮੁੱਖ ਮੰਤਰੀ ਵਿਸ਼ਵਾਸਘਾਤ ਕਰ ਰਿਹਾ ਪੰਜਾਬ ਦੇ ਨਾਲ। ਉਹ ਐਮਐਲਏ 92 ਦੇ 92 ਵਿਸ਼ਵਾਸਘਾਤ ਕਰ ਰਹੇ, ਪਰ ਉਹਨਾਂ ਦੀ ਆਪਾਂ ਗੱਲ ਨਹੀਂ ਕਰਦੇ। ਜਿਹੜੇ ਅੱਜ ਵੀ ਅਸੀਂ ਲੜਦੇ ਪਏ ਹਾਂ ਤੇ ਸਾਨੂੰ ਤੁਸੀਂ ਕੁਐਸਚਨ ਕਰੋ, ਅਸੀਂ ਜਵਾਬ ਦੇਣ ਵਾਸਤੇ ਤਿਆਰ ਹਾਂ। ਪਰ ਇਹ ਹਿਸਟਰੀ ਹੈ ਕਿ ਪਾਣੀਆਂ ਦੇ ਮਾਮਲੇ ਦੇ ਵਿੱਚ ਗਦਾਰੀ ਫੇਰ ਹੋਣ ਜਾ ਰਹੀ ਹੈ। ਉਹ ਕਿਵੇਂ ਜੀ? ਦਿੱਲੀ ਦਾ ਵੀ ਹਿੱਤ ਹੈ। ਦਿੱਲੀ ਦੇ ਵਿੱਚ ਐਫੀਡੈਵਿਟ ਕੇਜਰੀਵਾਲ ਨੇ ਪੰਜਾਬ ਦੇ ਖਿਲਾਫ ਪਹਿਲਾਂ ਫਾਈਲ ਕੀਤਾ ਹੋਇਆ। ਹੁਣ ਇਹਨਾਂ ਦੀ ਹਿੰਮਤ ਹੈ, ਜੇ ਚੰਡੀਗੜ੍ਹ ਦੇ ਮਾਮਲੇ 'ਚ ਨਹੀਂ ਬੋਲੇ ਤੇ ਤੁਸੀਂ ਪਾਣੀਆਂ ਦੇ ਮਾਮਲੇ 'ਚ ਸਾਡੇ ਨਾਲ ਅੰਦਰ ਖਾਤੇ ਕੀ ਕੁਝ ਹੋਏਗਾ? ਇੱਥੇ ਤੁਸੀਂ ਕਿੱਦਾਂ ਵਿਸ਼ਵਾਸ ਕਰ ਸਕਦੇ? ਪਰ ਇਹਨਾਂ ਦੇ ਮੀਤ ਹੇਅਰ ਕਹਿੰਦੇ ਜੀ, ਕਹਿੰਦੇ ਪੰਜਾਬ ਦੇ ਪਾਣੀ ਦੀ ਗੱਲ ਹੋ ਗਈ। ਇਹ ਜ਼ਰੂਰ ਆ ਵੀ ਸਾਡੀ ਕੇਜਰੀਵਾਲ ਉੱਥੋਂ ਚੱਲਦੀ, ਪਰ ਇਹ ਥੋੜੀ ਅਸੀਂ ਪੰਜਾਬ ਦੇ ਕਹਿੰਦੇ ਪੁੱਤਾਂ, ਅਸੀਂ ਪੰਜਾਬ ਦੇ ਲਟਾ ਦਾਂਗੇ। ਇਹ ਸਵਾਲ ਹੋਇਆ ਜੀ ਉਹਨਾਂ ਨੂੰ? ਨਹੀਂ, ਜਿੱਦਣ ਭਗਵੰਤ ਮਾਨ ਨੇ ਆਹ ਚੰਡੀਗੜ੍ਹ ਵਾਲਾ ਬਿਆਨ ਦਿੱਤਾ ਸੀ ਉਦੋਂ ਇਹ ਪੰਜਾਬ ਦੇ ਪੁੱਤ ਨਹੀਂ ਸੀ। ਪੁੱਤ ਤਰੀਕਾਂ ਦੇ ਹਿਸਾਬ ਨਾਲ ਬਦਲਣੇ ਨਹੀਂ ਚਾਹੀਦੇ ਨਾ। ਜਿੱਥੇ ਬੋਲਣ ਦੀ ਲੋੜ ਸੀ ਉੱਥੇ ਤਾਂ ਮੈਂ ਬੋਲਿਆ ਨਹੀਂ। ਜਿੱਥੇ ਹਾਲੇ ਅੱਗੇ ਕੀ ਹੁੰਦਾ ਉਹਦੇ 'ਤੇ ਮੈਂ ਕਿਵੇਂ ਭਰੋਸਾ ਕਰ ਲਵਾਂ ਵੀ ਪੰਜਾਬ ਦੇ ਪੁੱਤ ਹੈ ਕਿ ਨਹੀਂ? ਇਹ ਪੰਜਾਬ ਦੇ ਪੁੱਤ ਹੁੰਦੇ ਤਾਂ ਬੋਲਦੇ। ਬੇਈਮਾਨੀ ਹੋ ਗਈ, ਵਿਸ਼ਵਾਸਘਾਤ ਹੋ ਗਿਆ, ਸਟੇਟਮੈਂਟ ਔਨ ਰਿਕਾਰਡ ਆ ਗਈ। ਹਾਲੇ ਤੱਕ ਮੁੱਖ ਮੰਤਰੀ ਨੇ ਸਟੇਟਮੈਂਟ ਵਾਪਸ ਨਹੀਂ ਲਈ। ਕਿਸੇ ਐਮਐਲਏ ਨੇ ਹਿੰਮਤ ਨਹੀਂ ਕੀਤੀ ਕਿ ਅੰਦਰ ਜਾਂ ਬਾਹਰ ਕੈਬਨਿਟ ਦੇ ਮੈਂ ਉਹਨਾਂ ਨੂੰ ਗੱਲ ਕਰਾਂ। ਆਫਟਰ ਕਿੱਥੇ ਜਾ ਕੇ ਗੱਲ ਕਰਤੇ ਹੂੰ? ਬੇਈਮਾਨੀ ਦਾ ਕੁਛ ਲੈਵਲ ਤਾਂ ਹੋਣਾ ਚਾਹੀਦਾ। ਤੁਸੀਂ ਦਿੱਲੀ ਦੀ ਸਰਕਾਰ ਨੂੰ ਲਿਖ ਕੇ ਦੇਤਾ ਐਮਯੂ ਕਿ ਸਾਡੇ ਅਫਸਰ ਤੁਸੀਂ ਉੱਥੇ ਬੁਲਾ ਸਕਦੇ ਹੋ। ਤੁਹਾਡੇ ਫੈਸਲੇ ਪੰਜਾਬ ਦੇ ਦਿੱਲੀ ਉੱਥੇ ਬੈਠੇ ਹੁੰਦੇ ਪਏ। ਇੱਕ ਰਾਜ ਸਭਾ ਦਾ ਮੈਂਬਰ ਇੱਥੇ ਕੋਠੀ ਲੈ ਕੇ ਬੈਠਾ ਤੇ ਸਾਰੀ ਪੰਜਾਬ ਦੀ ਸਰਕਾਰ ਨੂੰ ਜੋ ਦਿੱਲੀ ਵਾਲੇ ਚਾਹੁੰਦੇ ਆ ਉਹ ਹਦਾਇਤਾਂ ਦਿੱਤੀਆਂ ਜਾਂਦੀਆਂ। ਪਾਲਿਸੀਆਂ ਤੁਹਾਡੀਆਂ ਦਿੱਲੀ ਤੈਅ ਹੁੰਦੀਆਂ, ਕਰਪਸ਼ਨ ਉੱਥੇ ਹੁੰਦੀ ਹੈ ਤੇ ਹੁਕਮ ਤੁਸੀਂ ਉਹਨਾਂ ਦੇ ਬੈਠੇ ਇੱਥੇ ਲਾਗੂ ਹੁੰਦੇ ਹੋ। ਇਹ ਐਮਐਲਏ ਪੰਜਾਬ ਦੇ ਪੁੱਛਦੇ ਕਿਉਂ ਨਹੀਂ? ਇਹ ਤੁਸੀਂ ਸਟੇਟਮੈਂਟ ਜਿਹੜੀ ਦੇ ਰਹੇ ਬਾਜਬ, ਲੋਕ ਇਹ ਵੀ ਕਹਿੰਦੇ ਆ ਜੀ, ਲੋਕ ਤਾਂ ਇਹ ਕਹਿੰਦੇ ਆ ਵੀ ਸ਼੍ਰੋਮਣੀ ਅਕਾਲੀ ਦਲ ਇਹਨਾਂ ਗੱਲਾਂ ਦੇ ਉੱਤੇ ਜਦੋਂ ਕੋਈ ਅਜਿਹੀ ਗੈਰ ਕਾਨੂੰਨੀ ਕੰਮ ਹੋਣੇ ਜਾਂ ਪੰਜਾਬ ਦੇ ਬਹੁਤ ਵੱਡੇ ਪੱਧਰ ਦੇ ਉੱਤੇ ਲੋਕ ਖੜ ਜਾਂਦੇ ਸੀ, ਅਕਾਲੀ ਦਲ ਦੇ ਬੰਦੇ ਆਗੂ ਵੀ ਆ ਜਾਂਦੇ ਸੀ ਅੱਗੇ, ਤੇ ਉਹ ਧਰਨੇ ਮੁਜ਼ਾਹਰੇ ਵੱਡੇ ਪੱਧਰ ਤੇ ਨਹੀਂ ਦਿਖ ਰਹੇ ਜੀ। ਮਤਲਬ ਧਰਨੇ ਮੁਜ਼ਾਹਰੇ ਦਾ ਹਾਲੇ ਕਿੰਨਾ ਟਾਈਮ ਹੋਇਆ? ਅੱਜ ਤੱਕ ਕਿੰਨੇ ਹੀ ਧਰਨੇ ਮੁਜ਼ਾਹਰੇ ਕਰ ਚੁੱਕੇ ਹਾਂ। ਮਤਲਬ ਜਿਹੜੀਆਂ ਗੱਲਾਂ ਨੂੰ ਇਹਨਾਂ ਨੇ 10-10 ਦਿਨ ਦੀਆਂ ਗਾਰੰਟੀਆਂ ਦਿੱਤੀਆਂ ਉਹ ਤਾਂ ਲੰਘ ਚੁੱਕੀਆਂ ਨਾ ਜੀ। ਹਾਲੇ ਤਾਂ ਥਲੀ ਸਾਹਿਬ ਨੂੰ ਸਮਝਾਉਣਾ ਪੈ ਰਿਹਾ ਸਾਨੂੰ, ਤੇ ਉਦੋਂ ਬਾਅਦ ਆਮ ਪਬਲਿਕ ਤੱਕ ਪਹੁੰਚਣਾ। ਇਹ ਸਵਾਲ ਤਾਂ ਥਲੀ ਸਾਹਿਬ ਵਰਗੇ ਪੱਤਰਕਾਰਾਂ ਤੋਂ ਹੋਣੇ ਚਾਹੀਦੇ ਰੋਜ਼, ਜਿਨ੍ਹਾਂ ਤੋਂ ਅਸੀਂ ਆਸ ਕਰਦੇ ਹਾਂ ਵੀ ਇਹ ਪੰਜਾਬ ਦੇ ਮੁੱਦਿਆਂ 'ਤੇ ਖੜਨਗੇ। ਵੀ ਤੁਸੀਂ ਦੱਸੋ ਵੀ ਇਹ ਤੁਹਾਡਾ ਇੱਕ ਐਮਪੀ ਜਿਹੜਾ ਉੱਥੋਂ ਦਿੱਲੀੋਂ ਆ ਕੇ ਇਹ ਸਰਕਾਰ ਕਿਵੇਂ ਚਲਾਈ ਜਾਂਦਾ? ਤੁਸੀਂ ਪੰਜਾਬ ਦੇ ਹਿੱਤ ਦੇ ਫੈਸਲੇ ਆਪ ਕਿਉਂ ਨਹੀਂ ਲੈਂਦੇ? ਲੋਕਾਂ ਨੇ ਜ਼ਿੰਮੇਵਾਰੀ ਤੁਹਾਨੂੰ ਦਿੱਤੀ ਹੈ, ਪਰ ਤੁਹਾਡੇ ਸਾਹਮਣੇ ਸਾਰਾ ਕੁਝ ਹੋ ਰਿਹਾ। ਅਫਸਰ ਦਿੱਲੀੋਂ ਲਾਏ ਜਾਂਦੇ ਆ। ਸਵੇਰੇ ਜਾ ਕੇ ਫਲਾਈਟਾਂ ਚੈੱਕ ਕਰਿਓ ਭਈ ਪੰਜਾਬ ਦੇ ਅਫਸਰ ਪੰਜਾਬ ਸਿਵਲ ਸੈਕਟਰੀਏਟ 'ਚ ਕਿੰਨੇ ਆਉਂਦੇ ਆ ਤੇ ਦਿੱਲੀ ਦੀ ਟਿਕਟ ਰੋਜ਼ ਕਿੰਨੇ ਲੈਂਦੇ ਆ। ਲਓ ਤੁਸੀਂ ਸਟੋਰੀ ਕਰ ਲਓ, ਤੁਹਾਨੂੰ ਰਿਜ਼ਲਟ ਪਤਾ ਲੱਗ ਜੂ। ਸਾਰੀ ਸਰਕਾਰ ਸਵੇਰੇ ਏਅਰਪੋਰਟ 'ਤੇ ਪਹੁੰਚੀ ਹੁੰਦੀ ਆ ਕਿ ਦਿੱਲੀ ਜਾ ਕੇ ਰਿਪੋਰਟ ਕਰਨਾ। ਕਿਸੇ ਦਿਨ ਚੈੱਕ ਕਰ ਲਿਓ ਭਈ ਪੰਜਾਬ ਸਿਵਲ ਸੈਕਟਰੀਏਟ ਦੇ ਵਿੱਚ ਕਿੰਨੇ ਜਾਂਦੇ ਆ ਤੇ ਏਅਰਪੋਰਟ ਚੰਡੀਗੜ੍ਹ 'ਚ ਕਿੰਨੇ ਪਹੁੰਚਦੇ ਆ। ਸ਼ਾਮ ਨੂੰ ਫਲਾਈਟਾਂ ਭਰ ਕੇ ਵਾਪਸ ਆਉਂਦੀਆਂ, ਸਵੇਰੇ ਭਰ ਕੇ ਉੱਥੇ ਜਾਂਦੀਆਂ। ਇਸ ਕਰਕੇ ਤੁਸੀਂ ਇਹ ਦੇਖੋ ਕਿ ਇੱਕ ਪਾਸੇ ਪੰਜਾਬ ਦੇ ਵਿੱਚ ਕਿੱਡੇ ਵੱਡੇ ਲੋਕਾਂ ਦੇ ਮਸਲੇ, ਉਹਦੇ ਵਾਸਤੇ ਪੈਸਾ ਨਹੀਂ ਆ। ਆ ਪਸ਼ੂਆਂ ਦੀ ਬਿਮਾਰੀ ਫੈਲੀ ਹੈ, ਪੁੱਛ ਲਓ ਕਿਸੇ ਅੱਜ ਜ਼ਿਮੀਂਦਾਰਾਂ ਨੂੰ ਮੈਂ ਮਿਲ ਕੇ ਹਟਿਆ ਵੀ ਕੀ ਹਾਲਤ ਹੈ, ਕਿਤੇ ਇੱਕ ਦਵਾਈ ਨਹੀਂ ਮਿਲਦੀ, ਹਸਪਤਾਲ 'ਚ ਕਿਤੇ ਇੱਕ ਦਵਾਈ ਨਹੀਂ ਮਿਲਦੀ। ਤੇ 40-40 ਕਰੋੜ ਰੁਪਈਏ ਕੇਜਰੀਵਾਲ ਦੇ ਕਹਿਣ 'ਤੇ ਸਾਰੇ ਦੇਸ਼ ਦੇ ਵਿੱਚ ਤੁਸੀਂ ਇਸ਼ਤਿਹਾਰ ਦਿੰਦੇ ਹੋ, ਤੇ ਦੱਸੋ ਇਹਦੇ ਵਾਸਤੇ ਜ਼ਿੰਮੇਵਾਰ ਕੌਣ ਆ?
ਇਸ ਕਰਕੇ ਭਗਵੰਤ ਮਾਨ ਸਰਕਾਰ ਤਾਂ ਦਾਅਵਾ ਕਰੇ ਵੀ 10,366 ਕਰੋੜ ਦਾ ਕਰਜ਼ਾ ਅਸੀਂ ਵਾਪਸ ਕੀਤਾ ਹੈ ਜੀ। ਉਹ ਕਹਿੰਦੇ ਅੱਜ ਤੱਕ ਕਦੇ ਹੋਇਆ ਨਹੀਂ ਵੀ ਕਰਜ਼ਾ ਵਾਪਸ ਇਸ ਤਰ੍ਹਾਂ। ਦੇਖੋ ਗੱਲ ਇਹ ਹੈ ਨਾ, ਮੈਂ ਕਹਿੰਦਾ ਕਿ ਤੁਸੀਂ ਬਜਟ ਦੇ ਡਾਕੂਮੈਂਟ ਚੈੱਕ ਕਰੋ। ਬਜਟ ਦੇ ਵਿੱਚ ਪੂਰਾ ਸਾਲ ਦਾ ਹਿਸਾਬ ਕਿਤਾਬ ਹੁੰਦਾ ਹੈ ਕਿ ਸਰਕਾਰ ਨੇ ਪੁਰਾਣਾ ਲੋਨ ਕਿੰਨਾ ਵਾਪਸ ਕੀਤਾ, ਵਿਆਜ ਸਾਲ ਦੇ ਵਿੱਚ ਕਿੰਨਾ ਵਾਪਸ ਕੀਤਾ, ਔਰ ਹਰ ਸਾਲ ਦਾ ਹਿਸਾਬ ਹੈ। ਤੇ ਤੁਸੀਂ ਚੈੱਕ ਕਰੋ ਵੀ ਕਿਹੜੀ ਸਰਕਾਰ ਵੇਲੇ ਜਿਹੜਾ ਕਰਜ਼ਾ ਜਿਹੜਾ ਵਾਪਸ ਨਹੀਂ ਹੁੰਦਾ, ਉਨੀਆਂ ਕਿਸ਼ਤਾਂ ਉਹ ਅੰਗੂਠਾ ਗਲ 'ਚ ਦੇ ਕੇ ਤੁਹਾਡੇ ਕੋਲ ਵਾਪਸ ਲੈਣੀ ਦੇ ਆ। ਤੁਹਾਡੇ ਵਾਸਤੇ ਕੋਈ ਪੈਸਾ ਬਚੇ ਨਾ ਬਚੇ, ਕਿਉਂਕਿ ਜਦੋਂ ਕਰਜ਼ਾ ਲੈਂਦੇ ਹੋ ਇਹ ਚੀਜ਼ਾਂ ਤੁਹਾਨੂੰ ਉੱਥੇ ਗਰੰਟੀ ਪਹਿਲਾਂ ਦੇਣੀ ਪੈਂਦੀ। ਇਸ ਲਈ ਇਹ ਤੇ ਸਿਰਫ ਮੈਂ ਕਹਿ ਰਿਹਾ ਨਾ ਕਿ ਇਹ ਜੇ ਮੁੱਖ ਮੰਤਰੀ ਇੱਦਾਂ ਝੂਠ ਬੋਲਣਗੇ 24 ਘੰਟੇ, ਹੁਣ 12,000 ਕਰੋੜ ਤੱਕ ਕਰਜ਼ਾ ਲੈ ਵੀ ਲਿਆ 5 ਮਹੀਨੇ 'ਚ, ਤੇ ਇਹਨਾਂ ਨੂੰ ਪੁੱਛੋ ਵੀ ਜਿਹੜਾ 40-40 ਕਰੋੜ ਦੇ ਇਸ਼ਤਿਹਾਰ ਦੇ ਰਹੇ ਹੋ ਤੇ ਤਨਖਾਹ ਦੇਣ ਵਾਸਤੇ ਕਰਜ਼ਾ ਲੈ ਰਹੇ ਹੋ, ਤੇ ਤੁਸੀਂ ਕਹਿੰਦੇ ਸੀ ਦੂਜਿਆਂ ਨੂੰ ਬਲੇਮ ਕਰਦੇ ਸੀ ਵੀ ਕਰਜ਼ਾ ਚਾੜਤਾ, ਤੇ ਹੁਣ ਇਹ ਕਰਜ਼ਾ ਜਿਹੜਾ ਕਿੱਥੋਂ ਆ ਰਿਹਾ? ਸਵਾਲਾਂ ਤੋਂ ਪੁੱਛੋ ਨਾ। ਤੁਸੀਂ ਬਜਟ ਡਾਕੂਮੈਂਟ ਕਿਉਂ ਨਹੀਂ ਦੇਖਦੇ? ਕਿਹੜਾ ਸਾਲ ਹੈ ਕਿ ਕਰਜ਼ਾ ਰਿਟਰਨ ਨਹੀਂ ਹੁੰਦਾ? ਇਹਨਾਂ ਦੇ ਵਿਧਾਇਕ ਨੂੰ ਇਹ ਸਵਾਲ ਜ਼ਰੂਰ ਹੋਇਆ ਜੀ ਇਸ਼ਤਿਹਾਰ ਦਾ, ਔਰ ਅਸੀਂ ਵਿਰੋਧੀਆਂ ਦੀ ਲਗਾਤਾਰ ਗਈ। ਉਹ ਕਹਿੰਦੇ ਅਸੀਂ ਕਾਂਗਰਸੀਆਂ ਵਾਂਗੂ ਬਿਨਾਂ ਉਹ ਤੋਂ ਕੰਮ ਕਰੇ ਤੋਂ ਨਾ ਇਸ਼ਤਿਹਾਰ ਦੇ ਰਹੇ, ਨਾ ਅਸੀਂ ਬਿਨਾਂ ਮਾਫੀਆਂ ਮੰਗਣ ਵਾਲੇ। ਤੁਹਾਡੇ ਤੇ ਮਤਲਬ ਕਿ ਉਹ ਰਾਮ ਰਹੀਮ ਵਾਲੇ ਟਾਰਗੇਟ ਕਰਕੇ ਜੀ ਇਸ਼ਤਿਹਾਰ ਦਾ ਉਹਨਾਂ ਨੇ ਹਵਾਲਾ ਦਿੱਤਾ ਸਪੈਸ਼ਲੀ, ਉਹ ਵੀਡੀਓ ਵੀ ਪਈ ਹੋਊਗੀ ਜੀ, ਔਰ ਇਹ ਗੱਲ ਕਹੀ ਹੈ ਜੀ। ਉਹ ਕਹਿੰਦੇ ਅਸੀਂ ਤਾਂ ਕਰਦੇ ਹਾਂ ਤਾਂ ਇਸ਼ਤਿਹਾਰ ਦੇ ਰਹੇ ਹਾਂ ਜੀ। ਇਹਦੇ ਨਾਲ ਜਸਟੀਫਿਕੇਸ਼ਨ ਹੋ ਗਈ, ਇਹਦਾ ਮਤਲਬ 40 ਕਰੋੜ ਤੁਸੀਂ ਬਣ ਲਿਆ ਵੀ ਠੀਕ ਹੈ। ਗੁਜਰਾਤ ਦੀ ਭਾਸ਼ਾ ਦੇ ਵਿੱਚ ਇਸ਼ਤਿਹਾਰ ਛਪ ਰਿਹਾ ਕਿ ਲੋਕਾਂ ਕੋਲੇ ਸੁਝਾਅ ਮੰਗੇ ਜਾ ਰਹੇ ਬਜਟ ਵਾਸਤੇ। ਹੁਣ ਕਿੰਨੇ ਪੰਜਾਬੀ ਨੇ ਉੱਥੇ ਗੁਜਰਾਤ ਦੇ ਵਿੱਚ, ਤੇ ਕਿੰਨੇ ਉੱਥੇ ਗੁਜਰਾਤੀ ਪੜ੍ਹੇ ਲੋਕ ਹੈ ਜਿਨ੍ਹਾਂ ਨੇ ਪੰਜਾਬ 'ਚ ਆ ਕੇ ਤੇ ਸੁਝਾਅ ਦੇਣੇ। ਅਸੀਂ ਗੁਜਰਾਤ ਵਾਲੀ ਸਰਕਾਰ ਨੂੰ ਕਿੰਨੇ ਸੁਝਾਅ ਦੇ ਕੇ ਆਉਂਦੇ ਹਾਂ। ਸੁਝਾਅ ਲੈਣੇ ਤੁਸੀਂ ਪੰਜਾਬ ਤੋਂ, ਤੇ ਕਰਨਾਟਕਾ ਦੀਆਂ ਅਖਬਾਰਾਂ ਦੇ ਵਿੱਚ ਜਾ ਕੇ ਤੇ ਤੁਸੀਂ ਪੂਰੇ ਸਫ਼ੇ ਦੇ ਇਸ਼ਤਿਹਾਰ ਦੇ ਰਹੇ ਹੋ, ਸਿਰਫ ਦੱਸਣ ਵਾਸਤੇ ਕਿ ਸਾਡੀ ਸਰਕਾਰ ਇਸ ਤਰ੍ਹਾਂ ਕੰਮ ਕਰਦੀ ਹੈ ਕਿ ਅਸੀਂ ਲੋਕਾਂ ਤੋਂ ਸੁਝਾਅ ਲੈਂਦੇ। ਸਿਰਫ ਇੱਕ ਡਰਾਮਾ ਕਰਨ ਵਾਸਤੇ ਉੱਥੇ ਜਾ ਕੇ ਤੁਸੀਂ ਦੱਸੋ ਵੀ ਇਸ ਤੋਂ ਬੇਈਮਾਨ ਸਰਕਾਰ ਕਿਹੜੀ ਹੋਊਗੀ ਕਿ ਪੰਜਾਬ ਦੇ ਬੱਚੇ ਜਿਹੜੇ ਆ, ਨੈਸ਼ਨਲ ਅਚੀਵਮੈਂਟ ਸਰਵੇ ਜਿਹੜਾ ਹੋਇਆ ਜਿਹਦੇ 'ਚ 34-35 ਲੱਖ ਬੱਚਿਆਂ ਦਾ ਟੈਸਟ ਹੋਇਆ ਸਾਰੇ ਦੇਸ਼ ਦੇ ਵਿੱਚ, ਪੰਜਾਬ ਦੇ ਬੱਚੇ ਫਸਟ ਆ ਗਏ। ਤੇ ਇੱਥੋਂ ਦਿੱਲੀ ਤੋਂ ਹੁਕਮ ਆ ਗਿਆ ਕਿ ਵਧਾਈ ਨਹੀਂ ਦੇਣੀ, ਕਿਉਂਕਿ ਦਿੱਲੀ ਦੇ ਬੱਚੇ ਪਿੱਛੇ ਸੀਗੇ ਵੀ ਜੇ ਤੁਸੀਂ ਵਧਾਈਆਂ ਦੇਣ ਲੱਗ ਗਏ ਤੇ ਫਿਰ ਲੋਕੀ ਕਹਿਣਗੇ ਵੀ ਦਿੱਲੀ ਦੇ ਸਰਕਾਰੀ ਸਕੂਲ ਪਿੱਛੇ, ਪੰਜਾਬ ਦੇ ਤਾਂ ਫਿਰ ਚੰਗੇ ਆ, ਤੇ ਇੱਥੇ ਤਾਂ ਹਾਲੇ ਤੁਸੀਂ ਕੁਝ ਕੀਤਾ ਨਹੀਂ। ਤੇ ਇਹ ਤਾਂ ਪਿਛਲਾ ਸਰਵੇ ਸੀਗਾ। ਤੇ ਐਡੇ ਬੇਈਮਾਨ ਹੋ ਗਏ ਕਿ ਨਾ ਕਿਸੇ ਨੇ, ਐਜੂਕੇਸ਼ਨ ਮਿਨਿਸਟਰ ਨੇ, ਨਾ ਮੁੱਖ ਮੰਤਰੀ ਨੇ, ਨਾ ਕਿਸੇ MLA ਨੇ ਆਪਣੇ ਬੱਚਿਆਂ ਨੂੰ ਵਧਾਈ ਨਹੀਂ ਦਿੱਤੀ। ਹੁਣ ਤਾਂ ਬੱਚਿਆਂ ਨੂੰ ਮੰਨਣ ਤੋਂ ਬੱਚੇ ਇਨਕਾਰੀ ਹੋ ਗਏ। ਜੇ ਮਾਪੇ ਇੱਦਾਂ ਸੋਚਣ ਲੱਗ ਜਾਣ ਤੇ ਤੁਸੀਂ ਦੱਸੋ ਵੀ ਕਿਵੇਂ ਸਿਸਟਮ ਚੱਲੂਗਾ? ਕਦੀ ਸੁਣਿਆ ਸੀ ਤੁਸੀਂ ਵੀ ਆਪਣੇ ਬੱਚੇ ਨੂੰ ਵਧਾਈ ਨਾ ਦੇਵੇ? ਭਾਵੇਂ ਚੋਰੀ ਦੇ ਦਿੰਦੇ ਇੱਥੇ ਕਿਸੇ ਸਕੂਲ 'ਚ, ਇੱਕ ਅੱਧੇ 'ਚ ਆ ਕੇ ਸ਼ਾਬਾਸ਼ ਦੇ ਦਿੰਦੇ, ਪਰ ਹਿੰਮਤ ਨਹੀਂ ਪਈ ਕਿਸੇ ਦੀ, ਕਿਉਂਕਿ ਦਿੱਲੀ ਦੇ ਸਕੂਲਾਂ ਦੇ ਬੱਚੇ ਪਿੱਛੇ ਸੀ। ਜਿਹੜਾ ਦਿੱਲੀ ਦੇ ਝੂਠੇ ਮਾਡਲ ਦਾ ਰੌਲਾ ਪਾਇਆ ਸੀ, ਉਹ ਮਾਡਲ ਜਿਹੜਾ ਸੀਗਾ ਉਹ ਦੁਨੀਆ 'ਚ ਐਕਸਪੋਜ਼ ਹੋ ਜਾਣਾ ਸੀ ਵੀ ਜੇ ਪੰਜਾਬ ਦੇ ਫਸਟ ਆ ਰਹੇ ਫਿਰ ਦਿੱਲੀ ਕਾਹਨੂੰ ਜਾਂਦੇ ਸਕੂਲ ਦੇਖਣ ਵਾਸਤੇ? ਮੁੱਖ ਮੰਤਰੀ ਦਿੱਲੀ ਜਾ ਰਹੇ ਸਕੂਲ ਦੇਖਣ ਵਾਸਤੇ, ਫਸਟ ਬੱਚੇ ਪੰਜਾਬ ਦੇ ਸਕੂਲ ਦੇ ਆ ਰਹੇ ਸਰਕਾਰੀ ਦੇ। ਜੇ ਇਸ ਲੈਵਲ ਤੱਕ ਇਹ ਜਾਣਗੇ ਤੇ ਦੱਸੋ ਕਿਵੇਂ ਪੰਜਾਬ ਦਾ ਤੁਸੀਂ ਭਲਾ ਆਉਣ ਵਾਲੇ ਸਮੇਂ 'ਚ ਕਰ ਸਕਦੇ? ਆਉਣ ਵਾਲੇ ਸਮੇਂ ਦੇ ਵਿੱਚ ਹੁਣ ਜਥੇਬੰਦਕ ਢਾਂਚਾ ਨਵਾਂ ਤਿਆਰ ਹੋਣ ਜਾ ਰਿਹਾ ਜੀ, ਉਹਦੇ 'ਚ ਨਵੇਂ ਚਿਹਰੇ ਵੀ ਵੇਖਣ ਨੂੰ ਮਿਲਣਗੇ ਜੀ। ਬਿਲਕੁਲ, ਡੈਫੀਨੇਟਲੀ। ਹਮੇਸ਼ਾ ਹੀ ਜਦੋਂ ਢਾਂਚਾ ਬਣਦਾ ਉਹਦੇ 'ਚ ਕੋਸ਼ਿਸ਼ ਹੁੰਦੀ ਹੈ ਕਿ ਨਵੀਂ ਜਨਰੇਸ਼ਨ ਨੂੰ, ਨਵੇਂ ਬੰਦੇ ਜਿਹੜੇ ਨਾਲ ਆਉਂਦੇ ਆ ਉਹਨਾਂ ਨੂੰ ਮੌਕਾ ਦਿਓ। ਪੁਰਾਣੇ ਵੀ ਆਉਣਗੇ, ਤਜਰਬੇ ਤੋਂ ਬਿਨਾਂ ਵੀ ਕੰਮ ਨਹੀਂ ਚੱਲਦਾ, ਨਵੇਂ ਵੀ ਆਉਣਗੇ। ਇਸ ਕਰਕੇ ਸਾਰੇ ਤਰ੍ਹਾਂ ਦਾ ਰਲ ਕੇ ਤੇ ਬੜਾ ਅੱਛਾ ਢਾਂਚਾ, ਮਜ਼ਬੂਤ ਢਾਂਚਾ ਉੱਤੇ ਤੋਂ ਲੈ ਕੇ ਥੱਲੇ ਤੱਕ ਬਣਾਵਾਂਗੇ। ਮੈਂ ਸਭ ਦਾ ਹਲਕਾ ਹੀ ਰਹੇਗਾ ਜੀ ਰੋਪੜੇ? ਨਹੀਂ, ਇਹ ਪਾਰਟੀ ਫੈਸਲਾ ਕਰਦੀ, ਕਿਸੇ ਦੀ ਕੋਈ ਇੱਟ ਨਹੀਂ ਲੱਗੀ ਹੋਈ ਕਿਤੇ। ਬਿਲਕੁਲ ਸਪਸ਼ਟ ਹਾਂ ਅਸੀਂ ਪਾਰਟੀ ਦੇ, ਸਾਰੇ ਵਰਕਰਾਂ ਦਾ ਹੱਕ ਹੁੰਦਾ। ਇਸ ਕਰਕੇ ਉਹ ਪਾਰਟੀ ਦਾ ਕਿ ਮੈਨੂੰ ਕਿੱਥੇ ਕੰਮ ਲੈਣਾ, ਮੈਨੂੰ ਲੜਾਉਣਾ ਨਹੀਂ ਲੜਾਉਣਾ, ਇਸ ਕਰਕੇ ਇਹ ਸਾਰੇ ਫੈਸਲੇ ਪਾਰਟੀ ਕਰਦੀ ਹੁੰਦੀ। ਅਸੀਂ ਹਮੇਸ਼ਾ ਪਾਰਟੀ ਦੇ ਹੁਕਮ ਦੇ ਮੁਤਾਬਕ ਹੀ ਚੱਲਦੇ ਹਾਂ। ਜੋ ਪਾਰਟੀ ਡਿਊਟੀ ਦਿੰਦੀ ਹੈ ਲਗਾਤਾਰ ਆਪਾਂ ਕਰਦੇ ਰਹਿੰਦੇ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਨਾਲ ਗੱਠਜੋੜ ਹੋਣ ਦੀ ਸੰਭਾਵਨਾ ਹੈ ਜੀ? ਇਹ ਦੇਖੋ, ਜਦੋਂ ਇਲੈਕਸ਼ਨ ਹੋਏਗੀ ਉਦੋਂ ਸੰਭਾਵਨਾਵਾਂ ਬਣਦੀਆਂ ਹੁੰਦੀਆਂ ਕਿ ਕਿਹਦੇ ਨਾਲ ਹੁੰਦਾ, ਕਿਹਦੇ ਨਾਲ ਨਹੀਂ ਹੁੰਦਾ। ਇਹ ਸਮਾਂ ਹੀ ਦੱਸੇਗਾ। ਅੱਜ ਜਿਹੜੀ ਹੈ ਬਹੁਤ ਐਡਵਾਂਸ ਹੈ, ਅੱਜ ਕਿਸੇ ਵੀ ਗੱਲ ਦੇ ਉੱਤੇ ਜਿਹੜਾ ਕਮੈਂਟ ਕਰਨਾ ਮੇਰਾ ਵਾਜਬ ਨਹੀਂ ਹੈ। ਸ਼ੁਕਰੀਆ ਚੀਮਾ ਸਾਹਿਬ। ਸੋ ਇਹ ਸੀ ਡਾਕਟਰ ਦਲਜੀਤ ਸਿੰਘ ਚੀਮਾ। ਨਵਾਂ ਜਥੇਬੰਦਕ ਢਾਂਚਾ ਤਿਆਰ ਹੋਣ ਜਾ ਰਿਹਾ। ਚੀਮਾ ਸਾਹਿਬ ਦਾ ਕਹਿਣਾ ਹੈ ਕਿ ਇਸ ਦੇ ਵਿੱਚ ਜ਼ਰੂਰ ਨਵੇਂ ਚਿਹਰਿਆਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ, ਤੇ ਨਾਲ ਹੀ ਸਰਕਾਰਾਂ ਦੇ ਉੱਤੇ ਨਿਸ਼ਾਨੇ ਸਾਧੇ ਗਏ ਆ ਜੋ ਇਸ਼ਤਿਹਾਰਬਾਜ਼ੀ ਨੂੰ ਲੈ ਕੇ ਲਗਾਤਾਰ ਵਿਰੋਧੀ ਤਾਂ ਲਗਾਤਾਰ ਘੇਰ ਹੀ ਰਹੇ ਨੇ। ਸੋ ਚੀਮਾ ਸਾਹਿਬ ਦੇ ਵੱਲੋਂ ਵੀ ਜ਼ਰੂਰ ਅਸੀਂ ਸਰਕਾਰ ਨੂੰ ਵੀ ਸਵਾਲ ਪੁੱਛਦੇ ਹਾਂ ਵੀ ਜ਼ਰੂਰ ਇਹ ਦੱਸਿਆ ਜਾਵੇ ਵੀ
ਪੰਜਾਬ ਦਾ ਪੈਸਾ ਹੋਰ ਸੂਬਿਆਂ ਦੇ ਵਿੱਚ ਕਿਉਂ ਇਨਵੈਸਟ ਕੀਤਾ ਜਾਂਦਾ? ਜੇਕਰ ਇਹਨਾਂ ਦੇ ਵਿਧਾਇਕ ਵੀ ਸਾਨੂੰ ਮਿਲਦੇ ਆ ਤਾਂ ਅਸੀਂ ਉੱਥੇ ਵੀ ਜ਼ਰੂਰ ਇਹ ਸਵਾਲ ਕਰਾਂਗੇ। ਸਤਨਾਮ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ।